स्वीट मार्डन ਦੀ ਪੁਸਤਕ ਹੈ ਆਤਮ ਵਿਸ਼ਵਾਸ ਦਾ ਚਮਤਕਾਰ। ਪਹਿਲਾ ਲੇਖ ਮਿਹਨਤ ਦੀ ਜੈ ਹੋਵੇ। ਰਸਕਿਨ ਨੇ ਕਿਹਾ, ਜੇ ਤੁਸੀਂ ਗਿਆਨ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਮਿਹਨਤ ਕਰਨੀ ਪਏਗੀ। ਜੇ ਤੁਸੀਂ ਭੋਜਨ ਚਾਹੁੰਦੇ ਹੋ ਉਹਦੀ ਪ੍ਰਾਪਤੀ ਲਈ ਤੁਹਾਨੂੰ ਮਿਹਨਤ ਕਰਨੀ ਪਏਗੀ, ਤੇ ਜੇ ਤੁਸੀਂ ਖੁਸ਼ੀ ਚਾਹੁੰਦੇ ਹੋ ਉਹ ਵੀ ਤੁਹਾਨੂੰ ਮਿਹਨਤ ਬਿਨਾਂ ਨਹੀਂ ਮਿਲ ਸਕਦੀ। ਮਿਹਨਤ ਹੀ ਕੁਦਰਤ ਦਾ ਨਿਯਮ ਹੈ। ਜਿਸ ਚੀਜ਼ ਨੂੰ ਅਸੀਂ ਬਣਾਉਂਦੇ ਹਾਂ ਉਹੀ ਸਾਡੀ ਹੈ। ਹਰ ਵਧੀਆ ਚੀਜ਼ ਨੂੰ ਕੁਦਰਤ ਨੇ ਸੰਗਮਰਮਰ ਜਿਹੇ ਸੁੰਦਰ ਪਰ ਸਿਹਤਮੰਦ ਹੱਥਾਂ ਨਾਲ ਬਣਾਇਆ ਹੈ। ਉਹਨੂੰ ਕਠੋਰ ਤਾਲੇ ਵਿੱਚ ਬੰਦ ਕਰਕੇ ਰੱਖਿਆ ਹੈ। ਉਹ ਮਜ਼ਬੂਤ ਤਾਲਾ ਮਿਹਨਤ ਨਾਲ ਹੀ ਖੁੱਲ੍ਹ ਸਕਦਾ ਹੈ। ਮਹਾਨ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਮਿਹਨਤ ਰਾਹੀਂ ਹੀ ਮਿਲਦੀਆਂ ਹਨ। ਸੱਭਿਅਤਾ ਨੂੰ ਜਨਮ ਦੇਣ ਵਾਲੀ ਵੀ ਮਿਹਨਤ ਦੀ ਹੈ। ਇਲੀਅਟ ਨੇ ਕਿਹਾ ਹੈ, ਮਿਹਨਤੀ ਲੋਕ ਇਸ ਗੱਲ ਦਾ ਹਿਸਾਬ ਨਹੀਂ ਲਾਉਂਦੇ ਕਿ ਚੰਗੇ ਸ਼ਾਸਨ ਨੂੰ ਸਥਾਪਿਤ ਹੋਣ ਵਿੱਚ ਕਿੰਨੇ ਸਾਲ ਲੱਗਦੇ ਹਨ। ਸ਼੍ਰੀਮਤੀ ਉਸਵੁੱਡ ਕਹਿੰਦੀ ਹੈ ਕਿ ਕੰਮ ਭਾਵੇਂ ਕਿੰਨੀ ਹੌਲੀ-ਹੌਲੀ ਕਰੋ, ਪਰ ਕਿਸੇ ਦੀ ਭਲਾਈ ਦੇ ਲਈ। ਫੁੱਲ ਕਿਹੋ ਜਿਹੇ ਵੀ ਹੋਣ, ਪਰ ਫੁੱਲ ਲੱਗਣ ਦੀ ਚਿੰਤਾ ਕਰੋ, ਕੰਡੇ ਨਹੀਂ। ਮਿਹਨਤ ਕਿਹੋ ਜਿਹੀ ਵੀ ਹੋਵੇ, ਹਮੇਸ਼ਾ ਹੀ ਉੱਤਮ ਤੇ ਪਵਿੱਤਰ ਹੁੰਦੀ ਹੈ। ਸਿਰਫ ਮਹਾਨ ਕੰਮ ਹੀ ਉਹਦੇ ਦਰਬਾਰ 'ਚ ਤੁਹਾਡੀ ਬੇਨਤੀ ਦਾ ਲੱਛਣ ਹੈ। ਜੇਲ੍ਹ ਨਿਰੀਖਕ ਸ਼੍ਰੀਮਾਨ ਗ੍ਰੇ ਦੇ 15 ਸਾਲ ਦੇ ਪੁੱਤਰ ਚਾਰਲਸ ਨੇ ਜਦ ਆਪਣੇ ਪਿਤਾ ਨੂੰ ਕਿਹਾ ਕਿ ਪਿਤਾ ਜੀ, ਹੁਣ ਮੈਂ ਸਕੂਲ ਨਹੀਂ ਜਾਵਾਂਗਾ, ਕਿਰਪਾ ਕਰਕੇ ਮੈਨੂੰ ਇਸ ਕੰਮ ਤੋਂ ਮੁਕਤੀ ਦਿਵਾ ਦਿੱਤੀ ਜਾਏ, ਤਾਂ ਪਿਓ ਨੂੰ ਪੁੱਤਰ ਦੀ ਗੱਲ ਤੇ ਬੜੀ ਹੈਰਾਨੀ ਹੋਈ। ਉਹਨਾਂ ਨੇ ਜਦ ਇਸ ਗੱਲ ਦਾ ਕਾਰਨ ਪੁੱਛਿਆ ਤਾਂ ਚਾਰਲਸ ਨੇ ਕਿਹਾ, ਪਿਤਾ ਜੀ, ਮੈਂ ਪੜ੍ਹਾਈ ਤੋਂ ਤੰਗ ਪੈ ਗਿਆ ਤੇ ਮੈਨੂੰ ਪੜ੍ਹਨ ਨਾਲ ਕੁਝ ਲਾਭ ਹੁੰਦਾ ਵੀ ਵਿਖਾਈ ਨਹੀਂ ਦਿੰਦਾ। ਪਿਓ ਨੂੰ ਬੜੀ ਹੈਰਾਨੀ ਹੋਈ ਕਿ ਮੁੰਡਾ ਕੀ ਕਹਿ ਰਿਹਾ ਹੈ। ਪਿਓ ਨੇ ਕਿਹਾ ਕਿ ਤੂੰ ਬਹੁਤ ਕੁਝ ਸਿੱਖ ਲਿਆ, ਕਿ ਤੂੰ ਸਾਰਾ ਗਿਆਨ ਪ੍ਰਾਪਤ ਕਰ ਲਿਆ। ਮੇਰੇ ਸੰਗੀ ਲਾਈਨਮੈਨ ਨੂੰ ਸਕੂਲ ਛੱਡੇ 3 ਮਹੀਨੇ ਹੋ ਗਏ। ਜਿੰਨਾ ਉਹਨੂੰ ਆਉਂਦਾ ਹੈ ਮੈਂ ਵੀ ਜਾਣਦਾ। ਹੁਣ ਉਹ ਵੀ ਸਕੂਲ ਨਹੀਂ ਜਾਏਗਾ ਕਿਉਂਕਿ ਉਹਦੇ ਪਿਓ ਕੋਲ ਬਹੁਤ ਧਨ ਹੈ। ਪਿਤਾ ਨੇ ਇਹ ਗੱਲ ਸੁਣੀ ਤੇ ਕਿਹਾ, ਇਹ ਗੱਲ ਹੈ ਤਾਂ ਨਾ ਜਾਓ ਸਕੂਲ, ਤੇਰੀ ਮਰਜ਼ੀ। ਚਾਰਲਸ ਬੜਾ ਖੁਸ਼ ਹੋਇਆ ਤੇ ਧੰਨਵਾਦ ਕਹਿੰਦਾ ਹੋਇਆ ਉਹ ਘਰ ਤੋਂ ਬਾਹਰ ਜਾਣ ਲੱਗਾ। ਪਿਓ ਨੇ ਟੋਕਿਆ, ਮੈਂ ਅਜਿਹਾ ਕੀ ਕੀਤਾ ਜਿਸ ਨਾਲ ਤੂੰ ਧੰਨਵਾਦ ਕਹਿਣਾ? ਇੱਕ ਗੱਲ ਚੇਤੇ ਰੱਖੋ ਕਿ ਸਕੂਲ ਭਾਵੇਂ ਨਾ ਜਾਓ, ਪਰ ਮੈਂ ਤੁਹਾਨੂੰ ਅਵਾਰਾਗਰਦੀ ਨਹੀਂ ਕਰਨ ਦੇਵਾਂਗਾ ਤੇ ਨਾਮ ਨਿਕੰਮਾ ਹੀ ਬਹਿਣ ਦੇਵਾਂਗਾ। ਤੈਨੂੰ ਕੰਮ ਕਰਨਾ ਹੀ ਹੋਏਗਾ। ਅਗਲੇ ਦਿਨ ਸਵੇਰੇ ਜਦ ਸ਼੍ਰੀਮਾਨ ਗ੍ਰੇ ਇੱਕ ਜੇਲ੍ਹ ਦਾ ਨਿਰੀਖਣ ਕਰਨ ਜਾਣ ਲੱਗੇ ਤਾਂ ਉਹਨਾਂ ਨੇ ਆਪਣੇ ਪੁੱਤਰ ਚਾਰਲਸ ਨੂੰ ਵੀ ਨਾਲ ਚੱਲਣ ਲਈ ਕਿਹਾ। ਗ੍ਰੇ ਦਾ ਇੱਕ ਸਹਿਪਾਠੀ ਵੀ ਉਸੇ ਜੇਲ੍ਹਖਾਨੇ 'ਚ ਬੰਦੀ ਸੀ। ਉਹਨੂੰ ਮਿਲਣਾ ਚਾਹੁੰਦੇ ਸੀ। ਜਦ ਕੈਦੀ ਉਹਨਾਂ ਦੇ ਸਾਹਮਣੇ ਆਇਆ ਤਾਂ ਸ਼੍ਰੀਮਾਨ ਗ੍ਰੇ ਨੇ ਕਿਹਾ, ਹਾਰਮਨ, ਤੈਨੂੰ ਮਿਲ ਕੇ ਮੈਨੂੰ ਖੁਸ਼ੀ ਤਾਂ ਹੋਈ, ਪਰ ਤੈਨੂੰ ਇੱਥੇ ਤੇ ਇਸ ਹਾਲਤ 'ਚ ਵੇਖ ਕੇ ਮੈਨੂੰ ਦੁੱਖ ਹੋ ਰਿਹਾ ਹੈ। ਪਰ ਜਿੰਨਾ ਦੁੱਖ ਮੈਨੂੰ ਹੈ ਤੁਹਾਨੂੰ ਨਹੀਂ ਹੋਏਗਾ। ਉਹ ਕੁਝ ਪਲ ਲਈ ਰੁਕਿਆ ਤੇ ਬੋਲਿਆ, ਮੇਰਾ ਵਿਚਾਰ ਹੈ ਕਿ ਤੁਹਾਡੇ ਨਾਲ ਤੁਹਾਡਾ ਪੁੱਤਰ ਵੀ ਹੋਏਗਾ। ਹਾਂ, ਇਹ ਮੇਰਾ ਵੱਡਾ ਪੁੱਤਰ ਹੈ। ਇਹਦੀ ਉਮਰ ਵੀ ਉਹੀ ਹੈ ਜਦ ਮੈਂ ਤੂੰ ਇਕੱਠੇ ਸਕੂਲ ਜਾਇਆ ਕਰਦੇ ਸੀ। ਤੈਨੂੰ ਉਹ ਦਿਨ ਚੇਤੇ ਤਾਂ ਹੋਣਗੇ ਹੀ। ਹਾਂ, ਪਰ ਕਾਸ਼ ਮੈਂ ਉਹਨਾਂ ਦਿਨਾਂ ਨੂੰ ਭੁੱਲ ਸਕਦਾ। ਲੱਗਦਾ ਉਹ ਸਭ ਇੱਕ ਸੁਪਨਾ ਸੀ ਤੇ ਅੱਖਾਂ ਖੁੱਲਣ ਤੇ ਸੁਪਨਾ ਹੀ ਨਿਕਲੇਗਾ। ਸ਼੍ਰੀਮਾਨ ਗ੍ਰੇ ਬੋਲੇ, ਪਰ ਇਹ ਤਾਂ ਦੱਸੋ ਕਿ ਸਭ ਹੋਇਆ ਕਿਵੇਂ ਤੇ ਤੂੰ ਇੱਥੇ ਕਿਵੇਂ ਪਹੁੰਚਿਆ? ਜਦ ਪਹਿਲੇ ਮੈਂ ਤੈਨੂੰ ਮਿਲਿਆ ਸੀ ਤਾਂ ਤੇਰੀ ਹਾਲਤ ਕਾਫੀ ਚੰਗੀ ਸੀ, ਮੇਰੇ ਤੋਂ ਵੀ ਚੰਗੀ। ਅਚਾਨਕ ਇਹ ਕੀ ਹੋ ਗਿਆ? ਹਾਰਮਨ ਬੋਲਿਆ, ਮੇਰੀ ਕਹਾਣੀ ਕੁਝ ਖਾਸ ਲੰਬੀ ਹੈ। ਪਸੰਦ ਨਹੀਂ ਸੀ। ਪੜ੍ਹਨਾ ਲਿਖਣਾ ਮੈਨੂੰ ਪਸੰਦ ਨਹੀਂ ਸੀ। ਆਲਸ ਵੀ ਬਹੁਤ ਸੀ। ਉਸੇ ਕਰਕੇ ਮੇਰੀ ਸਿਹਤ ਖਰਾਬ ਹੋ ਗਈ। ਮੇਰੇ ਪਿਓ ਕੋਲ ਬੜਾ ਪੈਸਾ ਸੀ। ਮੇਰਾ ਵਿਚਾਰ ਸੀ ਕਿ ਅਮੀਰ ਪਿਓ ਦੇ ਪੁੱਤਰ ਨੂੰ ਪੜ੍ਹਨ ਲਿਖਣ ਦੀ ਲੋੜ ਹੀ ਨਹੀਂ ਹੈ। ਮੈਂ ਪਿਤਾ ਦੀ ਮੌਤ ਤੋਂ ਬਾਅਦ ਮੈਂ ਅਪਾਰ ਸੰਪਤੀ ਦਾ ਸੁਆਮੀ ਬਣ ਗਿਆ। ਕਿਉਂਕਿ ਉਹ ਧਨ ਮੇਰੀ ਮਿਹਨਤ ਦਾ ਨਹੀਂ ਸੀ, ਇਸ ਲਈ ਮੈਂ ਉਹਦੀ ਕੀਮਤ ਨਹੀਂ ਸਮਝ ਸਕਿਆ ਸੀ। ਉਹ ਪੈਸਾ ਮੇਰੇ ਹੱਥੋਂ ਲੁੱਟਦਾ ਚਲਾ ਗਿਆ ਤੇ ਇੱਕ ਦਿਨ ਮੈਂ ਕਿਸੇ ਆਮ ਕਲਰਕ ਨਾਲੋਂ ਵੀ ਵੱਧ ਗਰੀਬ ਹੋ ਗਿਆ। ਮੈਂ ਇਮਾਨਦਾਰੀ ਤੇ ਮਿਹਨਤ ਨਾਲ ਪੈਸਾ ਕਮਾਉਣਾ ਨਹੀਂ ਸੀ ਚਾਹੁੰਦਾ। ਮੈਨੂੰ ਆਉਂਦਾ ਹੀ ਨਹੀਂ ਸੀ, ਪਰ ਪੈਸੇ ਦੀ ਲੋੜ ਤਾਂ ਸੀ। ਮੈਂ ਸੋਚਦਾ ਸੀ ਬਿਨਾਂ ਹੱਥ ਪੈਰ ਹਿਲਾਈ ਪੈਸਾ ਆ ਜਾਏ, ਤੇ ਅੱਗੇ ਦੀ ਕਹਾਣੀ ਤੁਸੀਂ ਆਪ ਸਮਝ ਸਕਦੇ ਹੋ, ਦੱਸਣ ਦੀ ਲੋੜ ਨਹੀਂ। ਹਾਲੇ ਗੱਲ ਖਤਮ ਹੀ ਹੋਈ ਸੀ ਕਿ ਹਾਰਮਨ ਨੂੰ ਕੰਮ ਤੇ ਬੁਲਾ ਲਿਆ ਗਿਆ।
श्रीमान ग्रे ने जेलर तो पूछा, श्रीमान तुहाडे इत्थे किन्ने अजिहे कैदी हन जिन्हां नूं किसी काम धंधे बारे सिखलाई दित्ती गई है? जवाब मिलिया, एक भी नहीं। श्रीमान ग्रे अपने पुत्र चार्लस नाल गड्डी ते सवार हो अपने घर वल तुर पए। राह चों अपने पुत्र नूं कहण लगे, मैं अमीर हाँ, संसार भी मैनूं अमीर समझदा है। मेरे कोल इन्ने साधन ते ताकत है कि मैं तैनूं बुद्धिमान ते उत्तम व्यक्ति बनन दे साधन दिवा सकां, पर मैं अजिहा अमीर नहीं हाँ कि तैनूं निकम्मा रख के आलस विच जीवन लंघाउण देवां। कई माँ प्यो ने अजिही गलती कीती है ते अखीर च उन्हां नूं दुख उठाउणा पिया। हुण तुहानूं पता चल गया होएगा कि पुत्रां नूं निकम्मे रखण दा की नतीजा निकलदा है। जेल खाने च बंदी हारमन दा जीवन तैनूं चंगी सिੱਖਿਆ दे सकदा है। चार्लस ने सुनिया तो ਉਹਦੀਆਂ ਅੱਖਾਂ खुल गईयां। ਉਹ कुछ देर सोचदा ਰਿਹਾ, अखीर च बोलिया, पिता जी मैं फैसला किया है कि मैं सोमवार तो फिर स्कूल जावांगा। अमरीका का एक राष्ट्रपति बनने वाला व्यक्ति जॉन एडम्स भी शुरू च अजिहा ही सी। वो भी पढ़न तो मन च रौंदा सी। उन्हें अपने पिता नूं बेनती की कि लैटिन की पढ़ाई ते उहनूं मुक्त कर दिता जाए। प्यो ने उहदी गल इस शर्त ते मन लई कि लैटिन छड्डण दी जगह ते उहनूं अपनी दलदली जमीन च टोए करके खाइयां बनाउणियां होणगियां, क्योंकि धरती तो पानी कड्ढे बिना उत्थे खेती करना संभव नहीं सी। उस वेले जान नूं खाइयां पुट्टना मंजूर सी, पर लैटिन पढ़ना नहीं सी चाहुंदा। प्यो ने उहदे हत्थ विच कस्सी पकड़ा दित्ती ते दिन भर दलदली जमीन च खाइयां पुट्टण दे काम च लाई रखिया। वो इस काम तो मुक्कर भी नहीं सकता सी, क्योंकि प्यो दे सख्त सुभाਅ नूं जाणदा सी। दिन भर काम करदे होए सोचण दा फल ਇਹ निकलिया कि संझ हुंदे हुंदे उहने प्यो नूं बेनती कीती कि उहनूं लैटिन ही पढ़न वास्ते दित्ती जावे। पढ़ाई ते होर कंमां च जॉन ने इन्ना मन लाया कि अमरीकन क्रांति दे दिनां 'ਚ ਉਹ ਇੱਕ ਵੱਡਾ नेता बन गया ते जॉर्ज वाशिंगटन तो बाद ਉਹਨੂੰ ही अमरीका ਦਾ ਰਾਸ਼ਟਰਪਤੀ ਚੁਣਿਆ ਗਿਆ। कई मुंडे ते व्यक्ति इसे लिए काम तो जी चराउंदे हन। ਉਹ ਇਹੀਓ सोचते रहंदे हन कि ਉਹ ਤਾਂ ਇਕੱਲੇ ਹਨ, ਉਹਨਾਂ ਦਾ ਕੋਈ ਭੈਣ ਭਰਾ ਨਹੀਂ। ਅਜਿਹੀ ਹਾਲਤ 'ਚ ਉਹਨਾਂ ਨੂੰ ਨੌਕਰੀ ਕਰਨ ਦੀ ਲੋੜ ਹੀ ਕੀ ਹੈ? ਅਜਿਹੇ ਲੋਕਾਂ ਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਇਸ ਦੁਨੀਆ 'ਚ ਮਿਹਨਤ ਦਾ ਕੀ ਮਹੱਤਵ ਹੈ। ਅਜਿਹੇ ਲੋਕਾਂ ਨੂੰ ਰੱਬ ਹੀ ਚੰਗੀ ਬੁੱਧੀ ਦੇ ਸਕਦਾ ਹੈ। ਸਾਇਰਸ W ਫੀਲਡ 16 ਸਾਲਾਂ ਦਾ ਸੀ। ਉਹ ਸਟਾਕ ਬ੍ਰਿਜ 'ਚ ਰਹਿੰਦਾ ਸੀ। ਉਹਨੇ ਸੋਚਿਆ ਕਿਉਂ ਨਾ ਨਿਊਯਾਰਕ ਜਾ ਕੇ ਕਿਸਮਤ ਨੂੰ ਆਜ਼ਮਾ ਵੇਖਾਂ। ਵਿਦਾ ਹੋਣ ਲੱਗਿਆ ਪਿਓ ਨੇ ਉਹਨੂੰ $8 ਦਿੱਤੇ, ਜਿਹੜੇ ਉਹਨੇ ਬੜੀ ਮੁਸ਼ਕਲ ਨਾਲ ਪਰਿਵਾਰ ਦੇ ਖਰਚ ਵਿੱਚ ਕਮੀ ਕਰਕੇ ਰੱਖੇ ਸਨ। ਵਿਦਾ ਹੋਣ ਲੱਗਿਆ ਪਿਓ ਨੇ ਉਹਨੂੰ $8 ਦਿੱਤੇ, ਜਿਹੜੇ ਉਹਨੇ ਬੜੀ ਮੁਸ਼ਕਲ ਨਾਲ ਪਰਿਵਾਰ ਦੇ ਖਰਚ ਵਿੱਚ ਕਮੀ ਕਰਕੇ ਰੱਖੇ ਸਨ। ਸਾਇਰਸ ਫੀਲਡ ਘਰ ਤੋਂ ਪੈਦਲ ਤੁਰ ਕੇ ਸਟੀਵਾਰਡ ਦੇ ਕਾਰਖਾਨੇ 'ਚ ਪਹੁੰਚਿਆ। ਇਹ ਕਾਰਖਾਨਾ ਸੁੱਕੇ ਸਮਾਨ ਦੀ ਤਿਜਾਰਤ ਲਈ ਨਿਊਯਾਰਕ ਵਿੱਚ ਮਸ਼ਹੂਰ ਸੀ। ਸਾਇਰਸ ਫੀਲਡ ਦੀ ਤਨਖਾਹ ਪਹਿਲੇ ਸਾਲ ਲਈ $1 ਪ੍ਰਤੀ ਮਹੀਨਾ ਰੱਖੀ ਗਈ। ਸਵੇਰੇ 7 ਵਜੇ ਉਹਨੂੰ ਕੰਮ ਤੇ ਆਉਣਾ ਪੈਂਦਾ ਸੀ। ਉਹਨੂੰ ਤਰੱਕੀ ਮਿਲੀ ਤਾਂ ਕਲਰਕ ਬਣਿਆ। ਫਿਰ ਉਹਨੂੰ 8 ਵਜੇ ਸਵੇਰ ਤੋਂ ਲੈ ਕੇ ਸਾਂਝ ਤੱਕ ਕੰਮ ਕਰਨਾ ਪੈਂਦਾ ਸੀ। ਸਾਇਰਸ ਫੀਲਡ ਨੇ ਆਪਣੀ ਆਤਮ ਕਥਾ 'ਚ ਲਿਖਿਆ ਹੈ, ਮੈਂ ਨੇਮ ਬਣਾ ਰੱਖਿਆ ਸੀ ਕਿ ਮੈਂ ਪ੍ਰਬੰਧਕ ਤੋਂ ਪਹਿਲਾਂ ਕੰਮ ਤੇ ਪਹੁੰਚਾਂਗਾ, ਉਹਦੇ ਜਾਣ ਤੋਂ ਬਾਅਦ ਹੀ ਆਪਣੇ ਘਰ ਜਾਵਾਂਗਾ। ਮੇਰਾ ਇਸ ਤਰ੍ਹਾਂ ਕਰਨ ਦਾ ਮਤਲਬ ਇਹ ਕਿ ਮੈਂ ਇਹ ਸਿੱਖਣਾ ਚਾਹੁੰਦਾ ਕਿ ਸਫਲ ਵਪਾਰੀ ਕਿਵੇਂ ਬਣਿਆ ਜਾ ਸਕਦਾ ਹੈ। ਮੈਂ ਜੋ ਕੁਝ ਸਿੱਖ ਸਕਦਾ ਸੀ ਮੈਂ ਮਨ ਨਾਲ ਸਿੱਖਿਆ, ਕਿਉਂਕਿ ਮੈਨੂੰ ਇਹ ਪੂਰੀ ਤਰ੍ਹਾਂ ਪਤਾ ਸੀ ਕਿ ਮੈਨੂੰ ਆਪਣੇ ਆਪ ਤੇ ਭਰੋਸਾ ਹੈ। ਇਹ ਨੌਜਵਾਨ ਸੰਝ ਵੇਲੇ ਵਪਾਰਕ ਕਿਤਾਬਾਂ ਦੀ ਲਾਇਬ੍ਰੇਰੀ ਜਾਂਦਾ ਤੇ ਉੱਥੇ ਦੇਰ ਤੱਕ ਬਹਿ ਕੇ ਪੜ੍ਹਾਈ ਕਰਦਾ। ਉਹਨੇ ਸੰਵਾਦ ਗੋਸ਼ਟੀ 'ਚ ਵੀ ਜਾਣਾ ਸ਼ੁਰੂ ਕਰ ਦਿੱਤਾ, ਜਿਹੜੀ ਹਰ ਸ਼ਨੀਵਾਰ ਦੀ ਰਾਤ ਨੂੰ ਹੁੰਦੀ ਸੀ। ਸਟੀਵਾਰਡ ਦੇ ਕਾਰਖਾਨੇ ਦੇ ਕੁਝ ਨਿਯਮ ਕਠੋਰ ਸਨ। ਇੱਕ ਨਿਯਮ ਇਹ ਸੀ ਕਿ ਹਰ ਕਲਰਕ ਨੂੰ ਰਜਿਸਟਰ 'ਚ ਆਉਣ ਦਾ ਸਮਾਂ, ਖਾਣਾ ਖਾਣ ਲਈ ਜਾਣ ਦਾ ਸਮਾਂ, ਘਰ ਜਾਣ ਦਾ ਵੇਲਾ ਨੋਟ ਕਰਨਾ ਪੈਂਦਾ ਸੀ। ਕਿਸੇ ਵੀ ਕਰਮਚਾਰੀ ਨੂੰ ਸਵੇਰੇ ਆਉਣ ਜਾਂ ਦੁਪਹਿਰ ਦੇ ਖਾਣੇ ਜਾਂ ਸਾਂਝ ਤੇ ਚਾਹ ਪਾਣੀ ਦੇ ਬਾਅਦ ਕੰਮ ਤੋਂ ਪਰਤਣ 'ਚ ਦੇਰੀ ਹੁੰਦੀ ਤਾਂ ਉਹਦੇ 25 ਸੈਂਟ ਜੁਰਮਾਨਾ ਕੀਤਾ ਜਾਂਦਾ। ਸਾਇਰਸ ਫੀਲਡ ਨੇ ਇੰਨੀ ਸਾਵਧਾਨੀ, ਲਗਨ ਤੇ ਅਨੁਸ਼ਾਸਨ ਵਿਖਾਇਆ ਕਿ ਪ੍ਰਬੰਧਕ ਦਾ ਉਸ ਤੇ ਇਤਬਾਰ ਹੁੰਦਾ ਗਿਆ ਤੇ ਉਹਦੀ ਤਰੱਕੀ ਹੁੰਦੀ ਗਈ। ਤਰੱਕੀ ਲਈ ਉਹਨੂੰ ਲੰਮੇ ਸਮੇਂ ਲਈ ਉਡੀਕ ਨਹੀਂ ਕਰਨੀ ਪਈ।
ਪ੍ਰਬੰਧਕ ਆਮ ਕਦੇ ਪੈਦਲ ਤੁਰ ਕੇ ਨੌਕਰੀ ਕਰਨ ਜਾਂਦਾ ਸੀ, ਤਨ ਮਨ ਨਾਲ ਸਵੇਰ ਤੋਂ ਲੈ ਕੇ ਸਾਂਝ ਤੱਕ ਮਿਹਨਤ ਕਰਦਾ ਸੀ। ਹੁਣ ਉਹਦਾ ਕਾਰਖਾਨਾ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਆਪੇ ਹੀ ਚੱਲ ਰਿਹਾ ਹੋਵੇ। ਇੰਨੇ ਤੇ ਵੀ ਪ੍ਰਬੰਧਕ ਹਰ ਨਿੱਕੀ ਮੋਟੀ ਗੱਲ ਦਾ ਖਿਆਲ ਰੱਖਦਾ ਸੀ ਤੇ ਲੋੜ ਪੈਣ ਤੇ ਸੁਧਾਰ ਤੇ ਪਰਿਵਰਤਨ ਕਰਦਾ ਰਹਿੰਦਾ ਸੀ। ਮਰਦੇ ਦਮ ਤੱਕ ਉਹ ਇਸੇ ਤਰ੍ਹਾਂ ਕੰਮ ਕਰਦਾ ਰਿਹਾ। ਉਹਦੇ ਮਰਨ ਤੋਂ ਬਾਅਦ ਉਹਦੇ ਵਾਰਸਾਂ ਨੇ ਜਿਸ ਤਰ੍ਹਾਂ ਕੰਮ ਜਾਰੀ ਰੱਖਿਆ, ਉਹਨੂੰ ਵੀ ਦੇਖੋ। ਸਟੀਵਾਰਡ ਨੇ ਜਿਨ੍ਹਾਂ ਮੂਲਭੂਤ ਗੁਣਾਂ ਨਾਲ ਆਪਣੇ ਕੰਮ ਨੂੰ ਵਧਾਇਆ ਸੀ, ਉਹ ਗੁਣ ਉਹਦੇ ਵਾਰਸਾਂ 'ਚ ਨਹੀਂ ਸਨ। ਇਹ ਠੀਕ ਹੈ ਕਿ ਉਹਨਾਂ ਨੂੰ ਸਟੀਵਾਰਡ ਦੀ ਅਪਾਰ ਧਨ ਸੰਪਤੀ ਮਿਲੀ ਸੀ, ਉਹਦੇ ਅਨੁਭਵ ਦਾ ਲਾਭ ਵੀ ਉਹਨੂੰ ਮਿਲਦਾ ਰਿਹਾ, ਪਰ ਸਟੀਵਾਰਡ ਤਾਂ ਆਪਣੇ ਕੰਮ ਵੇਲੇ ਸਿਰਫ ਕਾਰਖਾਨੇ ਦੇ ਕੰਮ 'ਚ ਹੀ ਲੱਗਾ ਰਹਿੰਦਾ, ਆਪਣੇ ਆਪ ਨੂੰ ਵੀ ਭੁੱਲ ਜਾਂਦਾ। ਹੋਰ ਗੱਲਾਂ ਉਹ ਸਿਰਫ ਖਾਲੀ ਸਮੇਂ 'ਚ ਹੀ ਚੇਤੇ ਰੱਖਦਾ, ਪਰ ਉਹਦੇ ਵਾਰਸਾਂ ਦਾ ਵਿਹਾਰ ਇਹ ਤੋਂ ਪੁੱਠਾ ਰਿਹਾ। ਅਮੀਰ ਹੋਣ ਤੋਂ ਵੀ ਸਟੀਵਾਰਡ ਦੀਆਂ ਅੱਖਾਂ ਤੇ ਬੁੱਧੀ ਤੇ ਅਮੀਰੀ ਦਾ ਪਰਦਾ ਨਹੀਂ ਪਿਆ ਸੀ। ਨਾਲ ਹੀ ਉਹ ਇਹ ਵੀ ਸਮਝਦਾ ਸੀ ਕਿ ਕੰਮ ਧੰਦੇ ਦੀ ਸਫਲਤਾ ਲਈ ਨਾ ਸਿਰਫ ਮੁੱਲ ਬਰਾਬਰ ਰਹਿਣ, ਗਾਹਕਾਂ ਨੂੰ ਵੀ ਬਰਾਬਰ ਵਿਵਹਾਰ ਨਾਲ ਖੁਸ਼ ਰੱਖਿਆ ਜਾਏ, ਪਰ ਉਹਦੇ ਵਾਰਸਾਂ 'ਚ ਧਨ ਦਾ ਅਭਿਮਾਨ ਇਸ ਹੱਦ ਤੱਕ ਵਧਿਆ ਕਿ ਉਹਨਾਂ ਨੇ ਗਾਹਕਾਂ ਵਿੱਚ ਵੀ ਫਰਕ ਕਰਨਾ ਸ਼ੁਰੂ ਕਰ ਦਿੱਤਾ। ਇਸ ਨਾਲ ਵਪਾਰ ਨੂੰ ਭਾਰੀ ਨੁਕਸਾਨ ਹੋਇਆ। ਪੁਰਾਣੇ ਤੇ ਚੰਗੇ ਗਾਹਕ ਹੀ ਜਿਹੜੇ ਪਹਿਲਾਂ ਤਾਰੀਫ ਕਰਦੇ ਸਨ, ਕਾਰਖਾਨੇ ਦੇ ਮਾਲਕਾਂ ਦੀ ਨਿੰਦਾ ਕਰਨ ਲੱਗੇ। ਪਹਿਲਾਂ ਤਾਂ ਖਾਸ ਨੁਕਸਾਨ ਨਹੀਂ ਹੋਇਆ ਕਿਉਂਕਿ ਪੈਸਾ ਬਹੁਤ ਸੀ ਤੇ ਪੁਰਾਣੀ ਸ਼ਾਖ ਸੀ, ਪਰ ਕਾਰਖਾਨਾ ਦੂਜੇ ਵਿਅਕਤੀ ਜੌਨ ਵਾਨਮੇਕਰ ਦੇ ਹੱਥ 'ਚ ਚਲਾ ਗਿਆ। ਹੁਣ ਕਾਰਖਾਨਾ ਜਿਸ ਵਿਅਕਤੀ ਦੇ ਹੱਥ 'ਚ ਚਲਾ ਗਿਆ, ਉਹ ਵੀ ਕਿਸੇ ਵੇਲੇ ਬਿਲਕੁਲ ਸਾਧਨਹੀਨ ਸੀ। ਉਹ 4 ਮੀਲ ਪੈਦਲ ਤੁਰ ਕੇ ਫਿਲਾਡੈਲਫੀਆ ਦੇ ਕਿਤਾਬ ਘਰ 'ਚ $1.25 ਪ੍ਰਤੀ ਮਹੀਨੇ ਤੇ ਨੌਕਰੀ ਕਰਦਾ ਸੀ। ਅਸਲ 'ਚ ਸੱਚ ਇਹ ਹੈ ਕਿ ਸਟੀਵਾਰਡ ਤੇ ਵਾਨਮੇਕਰ ਜਿਹੇ ਮਿਹਨਤੀ ਤੇ ਬਾਰੀਕ ਤੋਂ ਬਾਰੀਕ ਗੱਲਾਂ ਦਾ ਧਿਆਨ ਰੱਖਣ ਵਾਲੇ ਲੋਕ ਹੀ ਵੱਡੇ ਕਾਰਖਾਨਿਆਂ ਨੂੰ ਸਫਲਤਾਪੂਰਵਕ ਚਲਾ ਸਕਦੇ ਹਨ। ਵੱਡੇ ਕੰਮਾਂ ਲਈ ਕਿਸੇ ਮਜ਼ਬੂਤ ਨੀਂਹ ਦੀ ਲੋੜ ਹੁੰਦੀ ਹੈ ਤੇ ਇਹ ਨੀਂਹ ਹੁੰਦੀ ਹੈ ਮਿਹਨਤ ਤੇ ਇਮਾਨਦਾਰੀ ਦੀ। ਜੇ ਤੁਸੀਂ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰੋਗੇ ਤਾਂ ਆਪਣੇ ਆਪ ਨੂੰ ਚੰਗੇ ਤੇ ਉੱਤਮ ਆਨੰਦ ਦਾ ਹੱਕਦਾਰ ਬਣਾ ਸਕੋਗੇ। ਇੱਕ ਫ੍ਰੈਂਚ ਲੇਖਕ ਨੇ ਲਿਖਿਆ ਹੈ ਕਿ ਮੈਂ ਹੱਕ ਨਾਲ ਇਹ ਆਖ ਸਕਦਾ ਕਿ ਮੈਂ ਵੇਖਿਆ ਕਿ ਮਾਈਕਲ ਐਂਜਲੋ ਦੀ ਉਮਰ ਉਸ ਵੇਲੇ 70 ਸਾਲ ਦੀ ਹੋਏਗੀ। ਉਹਨਾਂ ਦੇ ਜਿਸਮ ਤੇ ਬੁਢੇਪੇ ਦੀ ਪਰਛਾਈ ਸਾਫ਼ ਨਜ਼ਰ ਆਉਂਦੀ ਸੀ। ਫਿਰ ਵੀ ਮੂਰਤੀਆਂ ਬਣਾਉਣ ਵੇਲੇ ਉਹ ਇੰਨੀ ਚੁਸਤੀ ਨਾਲ ਕੰਮ ਕਰਦੇ ਸੀ ਕਿ ਸੰਗਮਰਮਰ ਨੂੰ ਬੜੀ ਤੇਜ਼ੀ ਨਾਲ ਕੱਟ ਦਿੰਦੇ ਸੀ। ਉਹ 15 ਮਿੰਟ 'ਚ ਇੰਨਾ ਕੰਮ ਕਰਦੇ ਸੀ ਕਿ ਇੱਕ ਨੌਜਵਾਨ ਉਹੀ ਕੰਮ 1 ਘੰਟੇ ਵਿੱਚ ਵੀ ਨਾ ਕਰ ਸਕਦਾ। ਐਂਜਲੋ ਇੰਨੀ ਛੇਤੀ ਕੰਮ ਕਰਦੇ ਸੀ ਕਿ ਵੇਖਣ ਵਾਲਾ ਇਹ ਸੋਚਣ ਲੱਗਦਾ ਕਿ ਸੰਗਮਰਮਰ ਦਾ ਉਹ ਟੋਟਾ ਕਿਤੇ ਚੂਰ-ਚੂਰ ਨਾ ਹੋ ਜਾਏ। ਉਹ ਇੱਕ ਹੀ ਵਾਰ 'ਚ 4 ਉਂਗਲ ਮੋਟਾ ਟੋਟਾ ਕੱਟ ਦਿੰਦੇ, ਪਰ ਉਹ ਇੰਨੀ ਕੁਸ਼ਲਤਾ ਨਾਲ ਕਰਦੇ ਸੀ ਕਿ ਜੇ ਉਸ ਤੋਂ ਰੱਤਾ ਵੀ ਇੱਧਰ-ਉੱਧਰ ਹੋ ਜਾਏ ਤਾਂ ਸਾਰੀ ਮੂਰਤੀ ਹੀ ਖਤਮ ਹੋ ਜਾਂਦੀ, ਕਿਉਂਕਿ ਮਿੱਟੀ ਦੇ ਪਲਾਸਟਰ ਵਿੱਚ ਤਾਂ ਸੁਧਾਰ ਕੀਤਾ ਜਾ ਸਕਦਾ, ਪੱਥਰ 'ਚ ਨਹੀਂ। ਮਾਈਕਲ ਐਂਜਲੋ ਨੇ ਆਪ ਲਿਖਿਆ ਕਿ ਰਾਫੇਲ ਨੇ ਜਿਹੜੀ ਮਸ਼ਹੂਰੀ ਖੱਟੀ ਹੈ, ਉਹਦੀ ਬੁੱਧੀਮਤਾ ਕਰਕੇ ਨਹੀਂ, ਸਗੋਂ ਉਹਦੀ ਮਿਹਨਤ ਕਰਕੇ ਮਿਲੀ ਹੈ। ਉਹ ਬੜਾ ਸਨੇਹੀ ਸੀ, ਉਹਦੀ ਰੂਹ ਸਨੇਹ ਨਾਲ ਭਰੀ ਹੋਈ ਸੀ। ਰਾਫੇਲ ਤੋਂ ਜਦ ਕਿਸੇ ਨੇ ਪੁੱਛਿਆ ਕਿ ਤੁਸੀਂ ਇੰਨੇ ਅਜੀਬ ਕੰਮ ਕਿਸ ਤਰ੍ਹਾਂ ਕੀਤੇ ਤਾਂ ਉਹਦਾ ਜਵਾਬ ਸੀ ਕਿ ਬਚਪਨ ਤੋਂ ਹੀ ਮੈਂ ਕਿਸੇ ਗੱਲ ਦੀ ਉਪੇਖਿਆ ਨਹੀਂ ਕੀਤੀ। ਇਟਲੀ ਦਾ ਇੱਕ ਕਲਾਕਾਰ ਜਦ ਮਰਿਆ ਤਾਂ ਉਹਦੀ ਮੌਤ ਤੇ ਸਾਰੇ ਰੋਮ ਨੇ ਦੁੱਖ ਮਨਾਇਆ ਤੇ ਪੋਪ ਵੀ ਫੁੱਟ-ਫੁੱਟ ਕੇ ਰੋਇਆ। ਉਹ ਸਿਰਫ 47 ਸਾਲ ਹੀ ਜੀਵਤ ਰਿਹਾ। ਇੰਨੇ ਸਮੇਂ 'ਚ ਉਹਨੇ 287 ਤਸਵੀਰਾਂ ਤੇ 500 ਤੋਂ ਵੱਧ ਨਕਸ਼ੇ ਬਣਾਏ। ਉਹਦੇ ਚਿੱਤਰਾਂ 'ਚ ਅਜਿਹੇ ਚਿੱਤਰ ਵੀ ਹਨ ਜਿਨ੍ਹਾਂ 'ਚ ਇੱਕ ਦਾ ਮੁੱਲ ਹਜ਼ਾਰਾਂ ਨਹੀਂ ਲੱਖਾਂ ਸਿੱਕਿਆਂ 'ਚ ਪਿਆ। ਉਹਦਾ ਨਿੱਕਾ ਜਿਹਾ ਜੀਵਨ ਕਾਲ ਆਲਸੀ ਲੋਕਾਂ ਲਈ ਪ੍ਰੇਰਨਾ ਸਰੋਤ ਹੈ। ਰੂਬੇਨਸ ਨੂੰ ਜਦੋਂ ਜਸ ਮਿਲਿਆ, ਉਹਦੀ ਮਸ਼ਹੂਰੀ ਇੱਕ ਉੱਤਮ ਕਲਾਕਾਰ ਦੇ ਰੂਪ 'ਚ ਜਦ ਅੰਬਰ ਨੂੰ ਛੂਹਣ ਲੱਗੀ ਤਾਂ ਉਸ ਕੋਲ ਧਨ ਦੀ ਕੋਈ ਘਾਟ ਨਾ ਰਹੀ। ਤਾਂ ਇੱਕ ਰਸਾਇਣ ਸ਼ਾਸਤਰੀ ਨੇ ਸੋਚਿਆ ਕਿ ਰੂਬੇਨਸ ਤਾਂ ਸਧਾਰਨ ਧਾਤ ਨਾਲ ਸੋਨਾ ਬਣਾਉਣਾ ਜਾਣਦਾ ਹੈ, ਤਾਂ ਹੀ ਉਸ ਕੋਲ ਇੰਨਾ ਧਨ ਹੈ। ਉਸ ਕੋਲ ਪਹੁੰਚਿਆ ਤੇ ਕਹਿਣ ਲੱਗਾ ਕਿ ਆਓ ਅਸੀਂ ਦੋਵੇਂ ਰਲ ਕੇ ਸਧਾਰਨ ਧਾਤ ਤੋਂ ਸੋਨਾ ਬਣਾਉਣਾ ਸ਼ੁਰੂ ਕਰ ਦਈਏ। ਰੂਬੇਨਸ ਬੋਲਿਆ, ਮਿੱਤਰ ਤੂੰ ਬਹੁਤ ਦੇਰ ਕਰ ਦਿੱਤੀ, ਤੂੰ 30 ਸਾਲ ਬਾਅਦ ਆਇਆ। ਮੈਨੂੰ ਤਾਂ ਸੋਨਾ ਬਣਾਉਣ ਦੀ ਜਾਣਕਾਰੀ ਪਹਿਲਾਂ ਤੋਂ ਹੀ ਹੈ। ਮੈਂ ਤਾਂ ਜਿਸ ਚੀਜ਼ ਨੂੰ ਹੱਥ ਲਾ ਦੇਣਾ ਉਹੀ ਸੋਨੇ 'ਚ ਬਦਲ ਜਾਂਦੀ ਹੈ। ਇਹ ਆਖ ਕੇ ਉਹਨੇ ਬੁਰਸ਼ ਤੇ ਰੰਗਾਂ ਵੱਲ ਇਸ਼ਾਰਾ ਕਰਦੇ ਕਿਹਾ, ਵੇਖ ਰਹੇ ਹੋ ਇਹਨੂੰ? ਮਿਲੇਰੂ ਚਿੱਤਰ ਬਣਾਉਂਦੇ ਹੋਏ ਆਪਣੇ ਕੰਮ 'ਚ ਇੰਨਾ ਲੀਨ ਹੋ ਜਾਂਦਾ ਸੀ ਕਿ ਉਹਨੂੰ ਕਿਸੇ ਹੋਰ ਗੱਲ ਦਾ ਖਿਆਲ ਹੀ ਨਾ ਰਹਿੰਦਾ। ਉਹ ਅਕਸਰ ਹੀ ਕਿਹਾ ਕਰਦਾ ਸੀ, ਮੈਂ ਹਲ ਚਲਾਉਣ ਵਾਲੇ ਕਿਸਾਨ ਦੀ ਅਪੇਖਿਆ ਵੱਧ ਕੰਮ ਕਰਦਾ। ਮੈਂ ਸਾਰੇ ਬਾਲਾਂ ਤੇ ਜਵਾਨਾਂ ਨੂੰ ਇਹੀ ਸਲਾਹ ਦੇਵਾਂਗਾ ਕਿ ਉਹ ਕੰਮ 'ਚ ਲੱਗੇ ਰਹਿਣ। ਇਹ ਜ਼ਰੂਰੀ ਨਹੀਂ ਕਿ ਸਾਰੇ ਲੋਕਾਂ 'ਚ ਖਾਸ ਸ਼ਮਤਾ ਪੈਦਾ ਹੋਵੇ, ਪਰ
ਉਹ ਸਾਰੀ ਤਰ੍ਹਾਂ ਦੇ ਕੰਮ ਕਰ ਸਕਣਗੇ। ਕੰਮ ਕੀਤੇ ਬਿਨਾਂ ਚੰਗੀ ਸਿੱਖਿਆ ਵਾਲਾ ਬੁੱਧੀਮਾਨ ਵਿਅਕਤੀ ਵੀ ਇੰਨਾ ਗੁਣਕਾਰੀ ਸਿੱਧ ਨਹੀਂ ਹੋਏਗਾ। ਪੀਟਰ ਇੱਕ ਵਿਸ਼ਾਲ ਰਾਜ ਦਾ ਵਾਰਿਸ ਸੀ, ਪਰ ਉਹਨੇ ਕਠੋਰ ਮਿਹਨਤ ਨਾਲ ਰਾਜ ਹਾਸਲ ਕਰ ਲਿਆ। ਇਤਿਹਾਸ ਵਿੱਚ ਕਿਸੇ ਹੋਰ ਰਾਜੇ ਨੇ ਕਦੇ ਅਜਿਹਾ ਕੀਤਾ ਹੋਵੇ। ਉਹਨੇ ਤਾਂ ਆਪਣਾ ਰਾਜਸੀ ਪਹਿਨਾਵਾ ਛੱਡ ਕੇ ਮਜ਼ਦੂਰਾਂ ਵਾਲੇ ਕੱਪੜੇ ਪਾ ਲਏ ਸਨ। ਪੀਟਰ ਮਹਾਨ ਨੇ ਵੇਖਿਆ ਕਿ ਰੂਸ ਦੇ ਲੋਕਾਂ ਨੂੰ ਪ੍ਰਗਤੀਸ਼ੀਲ ਵਪਾਰ ਦਾ ਬੜਾ ਥੋੜਾ ਗਿਆਨ ਹੈ। ਉਹਨੇ ਇਸ ਕੰਮ ਲਈ ਸਵੈ ਸਿੱਖਿਆ ਨਾਲ ਦੇਸ਼ ਨੂੰ ਇਸ ਹਾਲਤ ਚੋਂ ਕੱਢਣ ਦਾ ਸੰਕਲਪ ਲਿਆ। ਇਸੇ ਲਈ ਉਹ 26 ਸਾਲ ਦੀ ਉਮਰ ਵਿੱਚ ਪਰਦੇਸ ਯਾਤਰਾ ਤੇ ਨਿਕਲ ਪਿਆ। ਇਸ ਉਮਰ 'ਚ ਰਾਜਾਂ ਦੇ ਵਾਰਿਸ ਅਕਸਰ ਵੈਤਪੂਰਨ ਵਿਲਾਸ 'ਚ ਡੁੱਬੇ ਰਹਿੰਦੇ ਹੈ ਤੇ ਵਿਦੇਸ਼ ਯਾਤਰਾ ਫਿਰਨ ਲਈ ਨਹੀਂ ਸੀ, ਸਗੋਂ ਇੱਕ ਕਠੋਰ ਮਿਹਨਤਪੂਰਨ ਯਾਤਰਾ ਸੀ। ਹਾਲੈਂਡ 'ਚ ਉਹਨੇ ਜਹਾਜ਼ ਨਿਰਮਾਣ ਦਾ ਕੰਮ ਸਿੱਖਣਾ ਸ਼ੁਰੂ ਕੀਤਾ। ਇਹ ਕੰਮ ਸਿੱਖਣ ਲਈ ਉਹ ਇੱਕ ਕਾਰਖਾਨੇ 'ਚ ਮਜ਼ਦੂਰ ਬਣਿਆ। ਇੰਗਲੈਂਡ 'ਚ ਕਾਗਜ਼ ਤੇ ਲੱਕੜ ਦੇ ਤਖਤੇ ਬਣਾਉਣ, ਰੱਸੀਆਂ ਬਣਾਉਣ ਤੇ ਕਾਰਖਾਨੇ ਦੇ ਘੜੀ ਸਾਜ਼ਾਂ ਕੋਲ ਕੰਮ ਕਰਦਾ ਰਿਹਾ। ਉਹ ਕੰਮ ਸਿਰਫ ਉੱਪਰਲੇ ਮਨੋਂ ਹੀ ਨਹੀਂ ਸੀ ਕਰਦਾ, ਸਗੋਂ ਹਰ ਕੰਮ ਨੂੰ ਦਿਲ ਦਿਮਾਗ 'ਚ ਵਸਾ ਲੈਂਦਾ ਸੀ। ਉਹ ਬਿਲਕੁਲ ਇੱਕ ਆਮ ਮਜ਼ਦੂਰ ਵਾਂਗ ਕੰਮ ਕਰਦਾ ਤੇ ਅਜਿਹਾ ਵਿਹਾਰ ਵੀ ਸਹਿੰਦਾ। ਪੀਟਰ ਨੇ ਇਸਤੀਆ ਵਿੱਚ ਮੁੱਲਰ ਦੀ ਲੋਹ ਭੱਠੀਆਂ ਤੇ ਕੰਮ ਸਿੱਖਿਆ। ਮਹੀਨੇ ਦੇ ਅੰਤ ਵਿੱਚ ਭੱਠੀ 'ਚ 18 ਪੌਂਡ ਲੋਹਾ ਢਾਲ ਕੇ ਆਪਣਾ ਨਿਸ਼ਾਨ ਲਾਇਆ। ਰੂਸ ਦੇ ਕੁਝ ਹੋਰ ਜਾਗੀਰਦਾਰ ਅਮੀਰ ਵੀ ਉਹਨਾਂ ਦੇ ਨਾਲ ਸਨ। ਉਹ ਇਹ ਨਾ ਸਮਝ ਸਕੇ ਹੋਣ ਕਿ ਉਹ ਕੰਮ ਕਿੰਨੀ ਮਿਹਨਤ ਦਾ ਸੀ, ਪਰ ਉਹਨਾਂ ਨੇ ਵੀ ਕੋਲਾ ਢੋਣ ਤੇ ਫੂਕਣੀ ਫੂਕਣ ਦਾ ਕੰਮ ਕੀਤਾ ਸੀ। ਲੋਹ ਕਾਰਖਾਨੇ ਦੇ ਮਾਲਿਕ ਮੁੱਲਰ ਨੂੰ ਜਦ ਪਤਾ ਲੱਗਾ ਕਿ ਉਹ ਮਜ਼ਦੂਰ ਰੂਸ ਦਾ ਰਾਜਾ ਪੀਟਰ ਮਹਾਨ ਹੈ, ਉਹਨੇ ਉਹਨੂੰ ਉਸ ਕੰਮ ਦੀ ਮਜ਼ਦੂਰੀ ਵਿੱਚ 18 ਸਿੱਕੇ ਦਿੱਤੇ। ਪੀਟਰ ਨੇ ਮਾਲਿਕ ਤੋਂ ਪੁੱਛਿਆ ਕਿ ਇੱਥੇ ਆਮ ਮਜ਼ਦੂਰ ਦੀ ਇਹੋ ਮਜ਼ਦੂਰੀ ਹੈ। ਮੁੱਲਰ ਨੇ ਕਿਹਾ ਆਮ ਮਜ਼ਦੂਰ ਨੂੰ ਇਸ ਤੋਂ ਬੜਾ ਘੱਟ ਮਿਲਦਾ ਹੈ। ਇਸ ਤੇ ਪੀਟਰ ਨੇ ਕਿਹਾ ਇਹ ਵੱਧ ਪੈਸਾ ਤੁਸੀਂ ਆਪਣੇ ਕੋਲ ਹੀ ਰੱਖੋ, ਮੈਨੂੰ ਸਿਰਫ ਓਨਾ ਹੀ ਦਿਓ ਜਿੰਨਾ ਇੱਕ ਆਮ ਮਜ਼ਦੂਰ ਨੂੰ ਮਿਲਦਾ ਹੈ। ਉਨੀ ਦਿਨੀ ਪੀਟਰ ਜਿਹੜੇ ਬੂਟ ਪਾਉਂਦਾ ਸੀ ਉਹ ਇੱਕ ਆਮ ਮਜ਼ਦੂਰ ਵਾਂਗ ਹੀ ਟਾਕੀ ਲੱਗੇ ਸਨ। ਆਪਣੀ ਮਜ਼ਦੂਰੀ 'ਚੋਂ ਜਦੋਂ ਉਹਨੇ ਨਵੇਂ ਬੂਟ ਖਰੀਦੇ ਤਾਂ ਉਹਨੇ ਬੜੇ ਮਾਣ ਨਾਲ ਕਿਹਾ ਸੀ, ਇਹ ਜੋੜਾ ਮੈਂ ਸਵੈ ਪਸੀਨੇ ਦੀ ਕਮਾਈ 'ਚੋਂ ਖਰੀਦਿਆ। ਪੀਟਰ ਨੇ ਮੁੱਲਰ ਕਾਰਖਾਨੇ 'ਚ ਜਿਹੜੀਆਂ ਲੋਹੇ ਦੀਆਂ ਸਲਾਖਾਂ ਢਾਲੀਆਂ ਸਨ, ਉਹਨਾਂ ਵਿੱਚੋਂ ਇੱਕ ਹਾਲੇ ਵੀ ਸੁਰੱਖਿਅਤ ਹੈ। ਉਸ ਤੇ ਪੀਟਰ ਦੀ ਲਾਈ ਮੋਹਰ ਵੀ ਹੈ। ਇਸੇ ਤਰ੍ਹਾਂ ਦੀ ਇੱਕ ਸਲਾਖ ਸੇਂਟ ਪੀਟਰਸਬਰਗ ਦੇ ਅਜਾਇਬ ਘਰ 'ਚ ਵੀ ਹੈ ਤੇ ਉਹ ਰੂਸ ਦੇ ਸ਼ਾਸਕਾਂ ਤੇ ਮਜ਼ਦੂਰ ਸ਼੍ਰੇਣੀ ਨੂੰ ਰਾਜਾ ਮਜ਼ਦੂਰ ਪੀਟਰ ਮਹਾਨ ਦਾ ਚੇਤਾ ਦਿਵਾਉਂਦੀ ਹੈ। ਸਾਫ਼ ਹੈ ਕਿ ਰੂਸ ਵਾਸੀ ਉਹਨਾਂ ਸਲਾਖਾਂ ਤੋਂ ਅਨੰਤ ਕਾਲ ਤੱਕ ਮਿਹਨਤ ਦੀ ਪ੍ਰੇਰਨਾ ਪਾਉਂਦੇ ਰਹਿਣਗੇ। ਤੁਹਾਨੂੰ ਸਾਡੀ ਬੇਨਤੀ ਹੈ ਕਿ ਜੇ ਤੁਸੀਂ ਇਹ ਸਮਝ ਬੈਠੇ ਹੋ ਕਿ ਤੁਹਾਡੇ 'ਚ ਸ਼ਮਤਾ ਭੰਡਾਰ ਹੈ ਤਾਂ ਤੁਸੀਂ ਇਸ ਸ਼ੱਕੀ ਵਿਚਾਰ ਨੂੰ ਆਪਣੇ ਦਿਮਾਗ 'ਚੋਂ ਜਿੰਨੀ ਛੇਤੀ ਹੋ ਸਕੇ ਕੱਢ ਦਿਓ। ਤੁਸੀਂ ਅੱਜ ਹੀ ਤੇ ਇਸੇ ਵੇਲੇ ਸੰਕਲਪ ਕਰੋ ਕਿ ਜੋ ਕੁਝ ਵੀ ਪ੍ਰਾਪਤ ਕਰੋਗੇ ਆਪਣੀ ਮਿਹਨਤ ਤੇ ਪਸੀਨੇ ਦੀ ਕਮਾਈ ਨਾਲ ਹੀ ਕਰੋਗੇ। ਮਿਹਨਤ ਦਾ ਮੁੱਲ ਅੱਜ ਤੋਂ ਹੀ ਚੁਕਾਉਣਾ ਸ਼ੁਰੂ ਕਰ ਦਿਓ। ਆਲਸੀ ਬੁੱਧੀਮਤਾ ਦੀ ਇਸ ਤੋਂ ਵੱਧ ਕੁਝ ਕੀਮਤ ਨਹੀਂ ਜਿੰਨੀ ਜੰਗਲ 'ਚ ਵਧੀਆ ਬੀਆਂ ਨਾਲ ਭਰੀ ਹੋਈ ਥੈਲੀ ਦੀ। ਬੀਚਰ ਨੇ ਕਿਹਾ ਕਿ ਕਲਾ ਵਿਗਿਆਨ ਨੂੰ ਸਮਝਣ ਸਿੱਖਣ ਲਈ ਜਿੰਨੀ ਬੁੱਧੀਮਤਾ ਦੀ ਲੋੜ ਹੈ, ਉਨੀ ਬੁੱਧੀਮਤਾ ਦੀ ਮਿਹਨਤ ਲਈ ਵੀ ਲੋੜ ਹੈ। ਇਸ ਦੁਨੀਆ 'ਚ ਜਿੰਨੇ ਵੀ ਮਹੱਤਵ ਸਮਾਰਕ ਹੋਏ ਆ, ਉਹਨਾਂ ਦੀ ਜਿੰਨੀ ਮਿਹਨਤ ਹੈ, ਚਾਹੇ ਸਮਾਰਕ ਕਿੰਨੇ ਹੀ ਕਾਮਮਈ ਹੋਣ, ਪ੍ਰਤਿਭਾ ਨਮੂਨੇ ਹੋਣ, ਕਲਾ ਕੌਸ਼ਲ ਦੀਆਂ ਅਜੀਬ ਮਿਸਾਲਾਂ ਹੋਣ। ਗੋਲਡਸਮਿਥ ਦਾ ਵਿਚਾਰ ਸੀ ਕਿ ਦਿਨ ਭਰ 'ਚ ਚੰਗੇ ਵਿਚਾਰ ਤੇ ਮਿਹਨਤ ਨਾਲ ਲਿਖੀਆਂ ਹੋਈਆਂ 4 ਸਤਰਾਂ ਵੀ ਬੜਾ ਚੰਗਾ ਕੰਮ ਹਨ। ਉਹਨੇ ਆਪਣੀ ਮਸ਼ਹੂਰ ਰਚਨਾ ਦਾ ਡੈਜ਼ਗੇਟਿਡ ਵਿਲੇਜ 7 ਸਾਲਾਂ 'ਚ ਪੂਰੀ ਕੀਤੀ। ਉਹਦਾ ਕਹਿਣਾ ਹੈ ਕਿ ਲਗਾਤਾਰ ਲਿਖਦੇ ਰਹਿਣ ਨਾਲ ਵਿਅਕਤੀ 'ਚ ਮਹਾਨ ਚਿੰਤਨਸ਼ੀਲਤਾ ਤੇ ਲੇਖਣ ਕਲਾ ਦਾ ਵਿਕਾਸ ਹੁੰਦਾ ਹੈ, ਜਿਹੜਾ ਸਿਰਫ ਮਨੋਰੰਜਨ ਲਈ ਲਿਖਣ ਵਾਲੇ ਲੇਖਕਾਂ ਨੂੰ ਉਹਨਾਂ ਦੇ ਬੇਸਿਰ ਪੈਰ ਦੇ ਯਤਨਾਂ ਨਾਲ ਨਹੀਂ ਮਿਲਦਾ, ਚਾਹੇ ਉਹਨਾਂ 'ਚ ਲਿਖਣ ਦੀ ਸਮਰੱਥਾ ਮਹਾਨ ਲੇਖਕਾਂ ਦੀ ਅਪੇਖਿਆ 10 ਗੁਣਾ ਵੱਧ ਕਿਉਂ ਨਾ ਹੋਵੇ। ਜਗਤ ਪ੍ਰਸਿੱਧ ਸਾਹਿਤਿਕ ਰਚਨਾਵਾਂ ਪੜ੍ਹ ਕੇ ਬੜਾ ਮਨੋਰੰਜਨ ਹੁੰਦਾ ਹੈ, ਪਰ ਇਸ ਅਧਿਐਨ ਨਾਲ ਇਸ ਗੱਲ ਦਾ ਵੀ ਅਨੁਭਵ ਹੋਣਾ ਜ਼ਰੂਰੀ ਹੈ ਕਿ ਲੇਖਕ ਨੇ ਉਸ ਤੇ ਕਿੰਨੀ ਮਿਹਨਤ ਕੀਤੀ ਹੋਏਗੀ। ਕਹਿੰਦੇ ਹਨ ਬ੍ਰਾਂਟ ਨੇ ਆਪਣੀ ਮਸ਼ਹੂਰ ਕਿਤਾਬ ਨੂੰ 100 ਵਾਰੀ ਲਿਖਿਆ, ਇੰਨੇ ਤੇ ਵੀ ਉਹਨੂੰ ਤਸੱਲੀ ਨਹੀਂ ਸੀ ਹੋਈ। ਪੋਪ ਇੱਕ ਪਦ ਦੀ ਰਚਨਾ ਵਿੱਚ ਕਈ ਦਿਨ ਲਾ ਦਿੰਦਾ ਸੀ। ਇੱਕ ਲੇਖਕਾ ਬ੍ਰਾਂਟੀ ਇੱਕ ਅੱਖਰ ਨੂੰ ਘੰਟਿਆਂ ਤੱਕ ਵਿਚਾਰ ਕੇ ਲਿਖਦੀ ਸੀ। ਗ੍ਰੇ ਇੱਕ ਸਧਾਰਨ ਜਿਹੇ ਵਿਸ਼ੇ ਤੇ ਕੁਝ ਲਿਖਣ ਲਈ ਪੂਰਾ ਮਹੀਨਾ ਮਿਹਨਤ ਕਰਦਾ ਸੀ। ਹਿਵਨ ਨੇ ਆਪਣੀ ਕਿਤਾਬ ਡਿਕਲਾਈਨ ਐਂਡ ਫਾਲ ਦਾ ਪਹਿਲਾ ਕਾਂਡ 3 ਵਾਰ ਲਿਖਿਆ, ਤਾਂ ਕਿਤੇ ਜਾ ਕੇ ਉਹਨੂੰ ਤਸੱਲੀ ਹੋਈ। ਸਾਰੀ ਕਿਤਾਬ ਉਹਨੇ 25 ਸਾਲਾਂ 'ਚ ਪੂਰੀ ਕੀਤੀ।
ਐਂਥਨੀ ਵਾਲ ਕਿਹਾ ਕਰਦੇ ਸੀ ਕਿ ਮੂਡ ਬਣਨ ਦੀ ਉਡੀਕ ਕਰਨਾ ਮੂਰਖਤਾ ਹੈ। ਇੱਕ ਮਿੱਤਰ ਨੇ ਰੂਪਸ ਨੂੰ ਕਿਹਾ ਕਿ ਉਹ ਇੱਕ ਬੜੀ ਅਜਬ ਗੱਲ ਹੈ ਕਿ ਦੁਨੀਆ 'ਚ ਅਨੇਕ ਸਫਲਤਾਵਾਂ ਕਿਸਮਤ ਨਾਲ ਹੀ ਮਿਲਦੀਆਂ। ਇਹ ਸੁਣ ਕੇ ਰੂਪਸ ਨੇ ਕਿਹਾ, ਇਹ ਸਿਰਫ ਬੇਤੁਕੀ ਗੱਲ ਹੈ, ਇਸ ਵਿੱਚ ਕੋਈ ਤੱਤ ਨਹੀਂ ਹੈ। ਜੇ ਇਸ ਧਾਰਨਾ ਨੂੰ ਸਹੀ ਮੰਨ ਲਿਆ ਜਾਏ ਤਾਂ ਯੂਨਾਨੀ ਵਰਣਮਾਲਾ ਦੇ ਗਿਆਨ ਦੇ ਬਿਨਾਂ ਹੀ ਇਲੀਅਡ ਕਾਵਿ ਨੂੰ ਸਮਝਣ ਦੀ ਸ਼ਕਤੀ ਆ ਜਾਣੀ ਚਾਹੀਦੀ ਹੈ। ਇਹ ਗੱਲ ਹੋਏਗੀ ਜਾਂ ਕਿਸੇ ਗੱਲ ਦੇ ਹੋਣ ਦੀ ਉਡੀਕ ਕਰਦੇ ਰਹਿਣਾ ਕਿ ਉਸ ਵਿੱਚੋਂ ਆਸ ਕਿਰਨ ਨਿਕਲੇਗੀ, ਜਾਂ ਕਿਸੇ ਜਾਦੂ ਨਾਲ ਆਪੇ ਕੋਈ ਕੰਮ ਹੋ ਜਾਏਗਾ। ਅਜਿਹਾ ਸਿਰਫ ਆਲਸੀ ਤੇ ਨਿਕੰਮੇ ਲੋਕ ਹੀ ਸੋਚਦੇ ਆ। ਇਹ ਮਿਹਨਤ ਤੋਂ ਮਨ ਪਰੇ ਕਰਨ ਵਾਲੀ ਗੱਲ ਹੈ। ਹੈਮਿਲਟਨ ਦਾ ਆਖਣਾ ਹੈ, ਕੁਝ ਲੋਕਾਂ ਦਾ ਵਿਚਾਰ ਹੈ ਕਿ ਮੇਰੀ ਸਫਲਤਾ ਮੇਰੀ ਬੁੱਧੀਮਤਾ ਕਰਕੇ ਹੋਈ ਹੈ, ਪਰ ਮੈਂ ਤਾਂ ਸਿਰਫ ਇੰਨਾ ਹੀ ਜਾਣਦਾ ਕਿ ਮੇਰੀ ਸਾਰੀ ਬੁੱਧੀਮਤਾ ਦਾ ਦੂਜਾ ਨਾਮ ਮਿਹਨਤ ਹੈ। ਅੰਗਰੇਜ਼ੀ ਸ਼ਬਦ ਕੋਸ਼ ਦੇ ਨਿਰਮਾਤਾ ਵੈਬਸਟਰ ਨੇ ਆਪਣੀ 70ਵੇਂ ਜਨਮ ਦਿਨ ਦੇ ਅਵਸਰ ਤੇ ਕਿਹਾ ਸੀ, ਮੈਂ ਜੋ ਕੁਝ ਵੀ ਹਾਂ ਉਹ ਸਿਰਫ ਮਿਹਨਤ ਕਰਕੇ ਹੀ ਬਣਿਆ। ਮੈਂ ਆਪਣੀ ਸਾਰੀ ਉਮਰ ਸੁਸਤੀ ਨਾਲ ਰੋਟੀ ਦੀ ਇੱਕ ਬੁਰਕੀ ਵੀ ਨਹੀਂ ਖਾਧੀ। ਮੇਰੀ ਸਫਲਤਾ ਦਾ ਰਹੱਸ ਵੀ ਇਹੀ ਹੈ। ਗਲੈਡਸਟਨ ਨੇ 70 ਸਾਲ ਦੀ ਉਮਰ 'ਚ ਕਿਹਾ ਸੀ ਕਿ ਮੈਨੂੰ ਅਤੀ ਖੁਸ਼ੀ ਮਿਹਨਤ ਨਾਲ ਹੀ ਹੁੰਦੀ ਹੈ। ਮੇਰੇ ਜੀਵਨ 'ਚ ਜੋ ਵੀ ਖੁਸ਼ੀ ਦੇ ਅਵਸਰ ਆਏ ਉਹ ਮਿਹਨਤ ਦੇ ਹੀ ਨਤੀਜੇ ਸਨ। ਮੈਂ ਬਚਪਨ ਤੋਂ ਹੀ ਮਿਹਨਤ ਕਰਨ ਦੀ ਆਦਤ ਬਣਾ ਲਈ ਸੀ ਤੇ ਇਸੇ ਨਾਲ ਮੇਰਾ ਕਲਿਆਣ ਹੋਇਆ। ਅੱਜ ਦੇ ਲੋਕ ਆਰਾਮ ਦਾ ਇਹ ਮਤਲਬ ਕੱਢਦੇ ਹਨ ਕਿ ਸਾਰੇ ਯਤਨ ਬੰਦ ਕਰ ਦਿੱਤੇ ਜਾਣ, ਪਰ ਮੈਨੂੰ ਤੇ ਯਤਨ ਬਦਲਣ ਨਾਲ ਹੀ ਆਰਾਮ ਮਿਲਦਾ ਹੈ। ਉਦਾਹਰਨ ਲਈ, ਜੇ ਤੁਸੀਂ ਕਿਤਾਬ ਪੜ੍ਹਦੇ ਹੋਏ ਥੱਕ ਗਏ ਹੋ ਤਾਂ ਸਾਫ਼ ਤੇ ਖੁੱਲੀ ਹਵਾ 'ਚ ਚਲੇ ਜਾਓ। ਉੱਥੇ ਜਾ ਕੇ ਸੈਰ ਕਰੋ, ਸਰੀਰ ਨੂੰ ਗਤੀਵਾਨ ਰੱਖੋ, ਕਸਰਤ ਕਰੋ। ਇਸ ਨਾਲ ਮਨ ਦਿਮਾਗ ਦਾ ਥਿੱਕੇਵਾਂ ਦੂਰ ਹੋ ਜਾਂਦਾ ਤੇ ਸ਼ਕਤੀ ਦਾ ਅਨੁਭਵ ਹੋਏਗਾ। ਕੀ ਤੁਸੀਂ ਮਹਿਸੂਸ ਨਹੀਂ ਕਰਦੇ ਕਿ ਕੁਦਰਤ ਕਦੇ ਕਮਜ਼ੋਰ, ਸ਼ਾਂਤ ਤੇ ਗਤੀਹੀਣ ਨਹੀਂ ਹੁੰਦੀ? ਸੌਣ ਵੇਲੇ ਵੀ ਸਾਡਾ ਦਿਲ ਧੜਕਦਾ ਰਹਿੰਦਾ ਹੈ। ਜੇ ਮਹਾਨ ਗਤੀਸ਼ੀਲ ਤਾਕਤਾਂ ਰੁਕ ਜਾਣ ਤਾਂ ਸਾਨੂੰ ਫੌਰਨ ਮੌਤ ਦੱਬ ਲਏਗੀ। ਮੈਂ ਕੁਦਰਤ ਦੇ ਕੋਲ ਰਹਿਣ ਦਾ ਯਤਨ ਕਰਦਾ, ਆਪਣੇ ਜੀਵਨ 'ਚ ਕੁਦਰਤ ਦੀ ਨਕਲ ਵੀ ਕਰਦਾ। ਨਤੀਜਾ ਇਹ ਹੁੰਦਾ ਹੈ ਕਿ ਮੈਨੂੰ ਨੀਂਦਰ ਵੀ ਚੰਗੀ ਆਉਂਦੀ ਹੈ ਤੇ ਮੇਰੀ ਪਾਚਨ ਸ਼ਕਤੀ ਵੀ ਠੀਕ ਰਹਿੰਦੀ ਹੈ। ਜਿਸਮ ਦੀਆਂ ਸਾਰੀਆਂ ਸ਼ਕਤੀਆਂ ਪੂਰਨ ਸਮਰੱਥਾ ਵਾਲੀਆਂ ਬਣੀਆਂ ਰਹਿੰਦੀਆਂ ਹਨ। ਮੈਂ ਸਮਝਦਾ ਕਿ ਮਿਹਨਤ ਦਾ ਸਭ ਤੋਂ ਵੱਡਾ ਇਨਾਮ ਇਹੀ ਹੈ। ਐਡੀਸਨ ਦੇ ਇੱਕ ਮਿੱਤਰ ਨੇ ਲਿਖਿਆ ਹੈ, ਐਡੀਸਨ ਨੂੰ ਮੈਂ ਉਸ ਸਮੇਂ ਤੋਂ ਜਾਣਦਾ ਜਦੋਂ ਕੇਵਲ 14 ਸਾਲ ਦਾ ਮੁੰਡਾ ਸੀ। ਮੈਂ ਆਪਣੀ ਜਾਣਕਾਰੀ ਦੇ ਆਧਾਰ ਤੇ ਕਹਿ ਸਕਦਾ ਕਿ ਉਹਨੇ ਆਪਣੇ ਜੀਵਨ ਦਾ ਇੱਕ ਵੀ ਦਿਨ ਆਲਸ ਨਾਲ ਨਹੀਂ ਲੰਘਾਇਆ। ਸਿਰਫ ਨੀਂਦਰ ਦੇ ਪਲਾਂ ਨੂੰ ਛੱਡ ਕੇ ਉਹ ਹਰ ਵੇਲੇ ਕੁਝ ਨਾ ਕੁਝ ਸਿੱਖਣ ਸਮਝਣ 'ਚ ਹੀ ਲੱਗਾ ਰਹਿੰਦਾ ਸੀ। ਐਡੀਸਨ ਦਾ ਆਪਣਾ ਵਿਚਾਰ ਸੀ ਕਿ ਮੈਂ ਜਦ ਕਿਸੇ ਪੇਜ ਵਿੱਚ ਪੂਰਨਤਾ ਹਾਸਲ ਕਰ ਲੈਣਾ ਤਾਂ ਮੈਨੂੰ ਅਜਿਹਾ ਲੱਗਦਾ ਹੈ ਕਿ ਮੈਨੂੰ ਉਸ ਕੰਮ ਦੇ ਪ੍ਰਤੀ ਕੋਈ ਆਕਰਸ਼ਣ ਨਹੀਂ ਰਿਹਾ। ਕੁਝ ਲੋਕਾਂ ਦਾ ਵਿਚਾਰ ਵੀ ਹੋ ਸਕਦਾ ਹੈ ਕਿ ਨਿਸ਼ਠਾਵਾਨ ਵਿਅਕਤੀ ਲਈ ਖੋਜ ਕੀਮਤੋਂ ਧਨ ਜਾਂ ਕੋਈ ਸਨਮਾਨ ਹੈ ਜਿਹੜਾ ਉਹਨੂੰ ਉਸ ਖੋਜ ਦੇ ਬਦਲੇ ਮਿਲਦਾ ਹੈ। ਮੈਂ ਆਪਣੇ ਬਾਰੇ 'ਚ ਅਜਿਹਾ ਨਹੀਂ ਮੰਨਦਾ। ਮੈਨੂੰ ਜੀਵਨ 'ਚ ਇੰਨੀ ਖੁਸ਼ੀ ਕਦੀ ਨਹੀਂ ਮਿਲੀ। ਜਦ ਮੈਂ ਗਰੀਬ ਬਾਲ ਸੀ ਤੇ ਮੈਂ ਨਿੱਕੇ ਮੋਟੇ ਸਸਤੇ ਔਜ਼ਾਰਾਂ ਨਾਲ ਟੈਲੀਗ੍ਰਾਫੀ 'ਚ ਸੁਧਾਰ ਪਰੀਖਣ ਸ਼ੁਰੂ ਕਰ ਦਿੱਤੇ। ਅੱਜ ਵੀ ਜਦ ਕਿ ਮੈਨੂੰ ਸਾਰੇ ਜ਼ਰੂਰੀ ਸਾਧਨ ਤੇ ਔਜ਼ਾਰ ਹਾਸਲ ਹੈ, ਮੈਂ ਸਵੈ ਸਵਾਮੀ ਹਾਂ। ਮੈਨੂੰ ਅਜਿਹੀ ਕਠੋਰ ਮਿਹਨਤ ਪੂਰਨ ਕੰਮਾਂ 'ਚ ਹੀ ਖੁਸ਼ੀ ਮਿਲਦੀ ਹੈ। ਉਸੇ ਨੂੰ ਮੈਂ ਸਵੈ ਇਨਾਮ ਮੰਨਦਾ ਹਾਂ। ਆਓ ਦੋਸਤੋ, ਅਸੀਂ ਉਸ ਰੱਬ ਦਾ ਧੰਨਵਾਦ ਕਰੀਏ ਤੇ ਕਿਸੇ ਨਵੀਂ ਉੱਤਮ ਰਚਨਾ ਕਾਰਜ ਨੂੰ ਸ਼ੁਰੂ ਕਰੀਏ। ਵਧਾਈ ਹੈ ਮਿਹਨਤ ਨੂੰ, ਕਿਉਂਕਿ ਇੱਕ ਅਜਿਹੀ ਚੀਜ਼ ਹੈ ਜਿਹਦੇ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ। ਕੁਝ ਲੋਕ ਸਰੀਰਕ ਮਿਹਨਤ ਨੂੰ ਅਪਮਾਨਜਨਕ ਮੰਨਦੇ ਹੈ। ਜੇ ਸਰੀਰਕ ਮਿਹਨਤ ਨੂੰ ਅਪਮਾਨਜਨਕ ਮੰਨਣ ਦਾ ਸਿਧਾਂਤ ਬਣ ਜਾਏ ਤਾਂ ਇਹ ਮੂਰਖਤਾ ਦਾ ਕੰਮ ਹੋਏਗਾ। ਮੇਰੀ ਨਜ਼ਰ 'ਚ ਜਿਹੜਾ ਵਿਅਕਤੀ ਆਪਣੀ ਗਠੜੀ ਜਾਂ ਬਕਸਾ ਇਸ ਲਈ ਨਹੀਂ ਚੁੱਕਦਾ ਕਿ ਲੋਕ ਵੇਖਣਗੇ ਤਾਂ ਕੀ ਆਖਣਗੇ, ਉਹ ਅਤੀ ਤੁੱਛ ਹੈ। ਰੋਮਨ ਰਾਜ ਵਿੱਚ ਉਸ ਸਮੇਂ ਤੱਕ ਸੰਸਾਰ ਤੇ ਰਿਹਾ ਜਦ ਤੱਕ ਰੋਮ ਦੇ ਰਾਜੇ ਮਿਹਨਤ ਦੇ ਪ੍ਰਤੀਕ ਹਲ ਚਲਾਉਣ ਵਾਲੇ ਕਿਸਾਨਾਂ ਵਿੱਚੋਂ ਹੀ ਚੁਣੇ ਜਾਂਦੇ ਰਹੇ। ਰਾਸ਼ਟਰਪਤੀ ਟਾਇਲਰ ਦਾ ਸਮਾਂ ਜਦ ਖਤਮ ਹੋ ਗਿਆ ਤਾਂ ਉਹਦੇ ਰਾਜਨੀਤਿਕ ਵਿਰੋਧੀਆਂ ਨੇ ਉਹਨਾਂ ਨੂੰ ਉਹਦੇ ਪਿੰਡ ਦੇ ਕੋਲ ਹੀ ਸੜਕਾਂ ਤੇ ਨਿਰੀਖਕ ਦੀ ਨੌਕਰੀ ਕਰਨ ਤੇ ਮਜਬੂਰ ਕੀਤਾ। ਉਹਨਾਂ ਵਿਰੋਧੀਆਂ ਦਾ ਵਿਚਾਰ ਸੀ ਕਿ ਭੂਤਪੂਰਵ ਰਾਸ਼ਟਰਪਤੀ ਇਸ ਗੱਲ ਨਾਲ ਦੁਖੀ ਹੋਣਗੇ ਤੇ ਲੋਕ ਉਹਨਾਂ ਦਾ ਹਾਸਾ ਉਡਾਉਣਗੇ, ਪਰ ਉਹਨਾਂ ਨੂੰ ਉਸ ਵੇਲੇ ਬੜੀ ਨਿਰਾਸ਼ਾ ਹੋਈ ਜਦੋਂ ਇਹ ਤੁੱਛ ਕੰਮ ਵੀ ਟਾਇਲਰ ਨੇ ਖੁਸ਼ੀ-ਖੁਸ਼ੀ ਸਾਂਭ ਲਿਆ ਤੇ ਪੂਰੀ ਮਿਹਨਤ ਨਾਲ ਕੰਮ ਕਰਨ ਲੱਗੇ। ਇਸ ਦਾ ਇੱਕ ਪ੍ਰਤੀਕਰਮ ਇਹ ਵੀ ਹੋਇਆ ਕਿ ਇਹ ਗੱਲ ਉਹਨਾਂ ਵਿਰੋਧੀ ਲੋਕਾਂ ਤੇ ਭਾਰੀ ਚੋਟ ਸਿੱਧ ਹੋਈ ਜਿਹੜੇ ਮਿਹਨਤ ਮਜ਼ਦੂਰੀ ਦੇ ਕੰਮਾਂ ਤੋਂ ਨਫ਼ਰਤ ਕਰਦੇ ਸੀ। ਇਸ ਗੱਲ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਵਿਰੋਧੀਆਂ ਨੇ ਟਾਇਲਰ ਨੂੰ ਕਿਹਾ ਕਿ ਇਸ ਤੁੱਛ ਕੰਮ ਨੂੰ ਛੱਡ ਦੇਣ।
ਇਹ ਤੇ ਟਾਇਲਰ ਨੇ ਕਿਹਾ, ਸੱਜਣੋ, ਮੇਰੇ ਤੇ ਜਿਹੜੀ ਜ਼ਿੰਮੇਵਾਰੀ ਪਾਈ ਜਾਂਦੀ ਹੈ ਮੈਂ ਉਹ ਤੋਂ ਕਦੀ ਮੂੰਹ ਨਹੀਂ ਮੋੜਦਾ, ਆਪਣੇ ਫਰਜ਼ ਤੋਂ ਬੇਮੁਖ ਨਹੀਂ ਹੁੰਦਾ। ਵਾਟਰਲੂ ਦੀ ਲੜਾਈ ਤੋਂ ਪਹਿਲੇ ਪੂਰੇ 78 ਘੰਟੇ ਤੱਕ ਨੈਪੋਲੀਅਨ ਨੇ ਨਾ ਕੁਝ ਖਾਧਾ, ਨਾ ਪੀਤਾ, ਨਾ ਸੁੱਤਾ। ਉਹਦੇ ਸਾਰੇ ਕੱਪੜੇ ਚਿੱਕੜ ਤੇ ਮੀਂਹ ਨਾਲ ਭਰੇ ਸਨ, ਪਰ ਨਾ ਤੇ ਉਹਨੇ ਥਕੇਵਾਂ ਮਹਿਸੂਸ ਕੀਤਾ, ਨਾ ਹੀ ਮੀਂਹ 'ਚ ਭਿੱਜਣ ਤੋਂ ਕਿਸੇ ਬੁਰੇ ਅਸਰ ਨੂੰ ਮਹਿਸੂਸ ਕੀਤਾ। ਅੱਗ ਕੋਲ ਬਹਿ ਕੇ ਕੱਪੜੇ ਸੁਕਾਉਣ ਤੇ ਜਿਸਮ ਨੂੰ ਆਰਾਮ ਦੇਣ ਦੀ ਗੱਲ ਹੀ ਬੇਕਾਰ ਸੀ। ਡਿਊਕ ਆਫ ਵੈਲਿੰਗਟਨ ਵੀ ਆਪਣੀ ਮਿਹਨਤਪੂਰਨ ਆਚਰਣ ਲਈ ਮਸ਼ਹੂਰ ਸੀ। ਲਗਾਤਾਰ ਕੰਮ 'ਚ ਲੱਗੇ ਰਹਿਣਾ ਹੀ ਉਹਦੀ ਮਸ਼ਹੂਰੀ ਸੀ। ਆਲਸ ਤੇ ਸੁਸਤੀ ਨਾਲ ਉਹ ਨਫ਼ਰਤ ਕਰਦਾ ਸੀ। ਜਿਸ ਤਰ੍ਹਾਂ ਸੂਰਜ ਸਮੇਂ ਤੇ ਉਦੈ ਹੁੰਦਾ ਹੈ, ਉਸੇ ਤਰ੍ਹਾਂ ਉਹ ਵੀ ਠੀਕ ਸਮੇਂ ਤੇ ਆਪਣੇ ਕੰਮ 'ਚ ਲੱਗ ਜਾਂਦਾ ਸੀ। ਲਾਰਡ ਐਲਨਬਰੋ ਇੱਕ ਵਕੀਲ ਸੀ। ਸ਼ੁਰੂ ਦੇ ਦਿਨਾਂ 'ਚ ਹੀ ਵਕਾਲਤ 'ਚ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਉਹਨਾਂ ਨੇ ਪੱਕਾ ਸੰਕਲਪ ਕੀਤਾ ਸੀ ਕਿ ਜਦ ਤੱਕ ਉਹ ਵਕਾਲਤ ਦੇ ਪੇਸ਼ੇ 'ਚ ਪੂਰਨ ਸਫਲਤਾ ਨਹੀਂ ਪਾ ਲੈਣਗੇ, ਤਦ ਤੱਕ ਮਿਹਨਤ ਵਿੱਚ ਰਤਾ ਵੀ ਢਿੱਲ ਨਹੀਂ ਕਰਨਗੇ, ਤੇ ਜਦ ਉਹ ਕੰਮ ਕਰਦੇ ਕਰਦੇ ਥੱਕ ਜਾਣਗੇ ਤਾਂ ਵੀ ਉਹ ਪੜੋ ਜਾਂ ਭੁੱਖੇ ਮਰੋ ਦਾ ਨਾਰਾ ਲਾਉਣਗੇ। ਇੰਗਲੈਂਡ ਵਿੱਚ ਕਿਸੇ ਸਮੇਂ ਬੇਕਾਰੀ ਤੇ ਦੰਡ ਹਾਲਤ ਬੜੀ ਅਜੀਬ ਸੀ। ਪਹਿਲੇ ਕਸੂਰ ਤੇ ਕਸੂਰਵਾਰ ਦਾ ਨਾਂ ਲਿਖ ਲਿਆ ਜਾਂਦਾ, ਦੂਜੇ ਕਸੂਰ ਤੇ ਅਪਰਾਧੀ ਦੇ ਹੱਥ ਵੱਢ ਦਿੱਤੇ ਜਾਂਦੇ, ਤੀਜੀ ਵਾਰ ਵੀ ਜੇ ਉਹ ਕਸੂਰ ਕਰਦਾ ਉਹਨੂੰ ਮ੍ਰਿਤੂ ਦੰਡ ਦਿੱਤਾ ਜਾਂਦਾ। ਸਨ 1556 'ਚ ਪਹਿਲੇ ਕਸੂਰ ਤੇ ਕੋੜੇ ਮਾਰੇ ਜਾਂਦੇ, ਦੂਜੇ ਕਸੂਰ ਤੇ ਕੋੜਿਆਂ ਦੇ ਨਾਲ ਕੰਨ ਦਾ ਉੱਪਰੀ ਹਿੱਸਾ ਵੀ ਕੱਟ ਲਿਆ ਜਾਂਦਾ, ਤੇ ਤੀਜੀ ਵਾਰ ਅਪਰਾਧੀ ਸਿੱਧ ਹੋਣ ਤੇ ਜੇਲ੍ਹ 'ਚ ਸੁੱਟ ਦਿੱਤਾ ਜਾਂਦਾ ਸੀ, ਤੇ ਚੌਥੀ ਗਲਤੀ ਤੇ ਮ੍ਰਿਤੂ ਦੰਡ। ਯੂਨਾਨ ਵਿੱਚ ਵੀ ਬੇਕਾਰੀ ਤੇ ਆਵਾਰਾਗਰਦੀ ਦੇ ਕਸੂਰ ਵਿੱਚ ਦੰਡ ਭੁਗਤਣਾ ਪੈਂਦਾ ਸੀ। ਮਾਨਵ ਤੋਂ ਬਿਨਾਂ ਸਾਰੀ ਦੁਨੀਆ 'ਚ ਇੱਕ ਵੀ ਪਰਮਾਣੂ ਅਜਿਹਾ ਨਹੀਂ ਜੋ ਬੇਕਾਰ ਹੋਵੇ। ਹਰੇਕ ਕਣ ਆਪਣੇ ਵਿੱਚ ਗਤੀਸ਼ੀਲ ਹੈ। ਜੋਲਾ ਨੇ ਕਿਹਾ ਕਿ ਇਸ ਸੰਸਾਰ 'ਚ ਕੰਮ ਹੀ ਸਭ ਤੋਂ ਵੱਡਾ ਨੇਮ ਹੈ। ਇਸੇ ਦੇ ਕਾਰਨ ਸਾਰੀਆਂ ਵਸਤਾਂ ਹੌਲੀ-ਹੌਲੀ ਮੰਜ਼ਿਲ ਵੱਲ ਵਧਦੀਆਂ ਚਲੀਆਂ ਜਾਂਦੀਆਂ ਹਨ। ਇਹ ਪੂਰੀ ਤਰ੍ਹਾਂ ਸੱਚ ਹੈ। ਇਸ ਜੀਵਨ ਦਾ ਦੂਜਾ ਕੋਈ ਮਤਲਬ ਹੀ ਨਹੀਂ। ਕੁਦਰਤ ਦਾ ਨੇਮ ਹੈ ਕਿ ਜਿੱਥੇ ਕਿਤੇ ਰਤਾ ਵੀ ਰੋਕ ਆਈ, ਕਾਰਜ ਸ਼ੁਰੂ ਹੋ ਗਿਆ। ਅਸੀਂ ਜਿਸ ਵੇਲੇ ਆਪਣੀ ਬੁੱਧੀ ਜਾਂ ਪ੍ਰਤਿਭਾ ਨਾਲ ਕੰਮ ਲੈਣਾ ਬੰਦ ਕਰ ਦਿੰਦੇ ਹਾਂ, ਉਸ ਸਮੇਂ ਸਾਡੀ ਪ੍ਰਤਿਭਾ ਕਮਜ਼ੋਰ ਹੋਣ ਲੱਗ ਜਾਂਦੀ ਹੈ। ਕੁਦਰਤ ਦਾ ਇਹ ਨਿਯਮ ਹੈ ਕਿ ਉਸ ਤੋਂ ਸਾਨੂੰ ਉਹ ਚੀਜ਼ ਮਿਲਦੀ ਹੈ ਜਿਹਨੂੰ ਅਸੀਂ ਵਿਹਾਰ 'ਚ ਲਿਆਉਂਦੇ ਹਾਂ। ਉਹ ਚੀਜ਼ ਓਨੇ ਸਮੇਂ ਲਈ ਹੁੰਦੀ ਹੈ ਜਿੰਨੀ ਦੇਰ ਅਸੀਂ ਉਹਨੂੰ ਵਰਤਦੇ ਹਾਂ। ਕਿਸੇ ਕਹਾਣੀਆਂ ਵਿੱਚ ਜਾਦੂ ਦੀ ਜਿਸ ਛੜੀ ਦਾ ਜ਼ਿਕਰ ਹੈ, ਜਿਹੜੀ ਪਾਰਸ ਮਣੀ ਦਾ ਜ਼ਿਕਰ ਕੀਤਾ ਗਿਆ, ਜਾਂ ਜਿਹਨੂੰ ਸੁਭਾਗ ਰੂਪੀ ਫੁੱਲਾਂ ਦਾ ਗੁੱਛਾ ਆਖਿਆ ਜਾਂਦਾ ਹੈ, ਉਹ ਮਿਹਨਤ ਤੋਂ ਬਿਨਾਂ ਦੂਜੀ ਕੋਈ ਚੀਜ਼ ਨਹੀਂ। ਹਲ, ਖੱਡੀ ਤੇ ਦਾਤੀ, ਹਥੌੜਾ ਤਾਂ ਮਿਹਨਤ ਦਾ ਸ਼ਿੰਗਾਰ ਹਨ। ਸਿਰਫ ਇੱਕ ਮਜ਼ਦੂਰ ਹੀ ਮਨੁੱਖਤਾ ਦੇ ਦਰਬਾਰ ਵਿੱਚ ਸਨਮਾਨ ਪਾਤਰ ਹੈ। ਆਲਸ ਹੀ ਸਫਲਤਾ ਦੇ ਰਾਹ ਤੇ ਸਭ ਤੋਂ ਵੱਡਾ ਦੁਸ਼ਮਣ ਹੈ। ਸਭ ਤੋਂ ਵੱਧ ਵਿਰੋਧੀ ਅਸਰ ਇਹਨਾਂ ਦਾ ਹੀ ਹੁੰਦਾ ਹੈ। ਆਲਸ ਦੇ ਕਾਰਨ ਹਿੰਮਤ ਖਤਮ ਹੋ ਜਾਂਦੀ ਹੈ, ਚੁਸਤੀ ਸੁਸਤੀ ਬਣ ਜਾਂਦੀ ਹੈ। ਵਿਅਕਤੀ ਮਨੁੱਖਤਾ ਦੇ ਉੱਚੇ ਆਸਣ ਤੋਂ ਡਿੱਗ ਕੇ ਸਿਰਫ ਭੌਤਿਕ ਲੱਛਣ ਰਹਿ ਜਾਂਦਾ ਹੈ। ਬੇਕਾਰ ਵਿਅਕਤੀ ਕਿਸੇ ਲਾਸ਼ ਵਾਂਗ ਹੈ ਜੇ ਉਹਨੂੰ ਜੀਵਤ ਮੰਨਣਾ ਹੀ ਹੈ ਤਾਂ ਸਿਰਫ ਓਨੇ ਹੀ ਸਮੇਂ ਲਈ ਮੰਨਿਆ ਜਾਏਗਾ ਜਿੰਨਾ ਸਮਾਂ ਉਹ ਕੋਈ ਚੰਗਾ ਕੰਮ ਕਰਦਾ ਹੈ, ਕਿਸੇ ਦੇ ਭਲੇ ਲਈ ਕਾਰਜ ਕਰਦਾ ਹੈ। ਇਸ ਤਰ੍ਹਾਂ ਜੇ ਵੇਖਿਆ ਜਾਏ ਤਾਂ ਪਤਾ ਚੱਲੇਗਾ ਕਿ ਕੁਝ ਵਿਅਕਤੀ 20 ਸਾਲ ਦੀ ਉਮਰ 'ਚ ਜਨਮ ਲੈਂਦੇ ਹੈ, 30 ਸਾਲ ਦੀ ਉਮਰ 'ਚ ਕੋਈ ਤਾਂ 60 ਸਾਲ ਦੀ ਉਮਰ 'ਚ ਪੈਦਾ ਹੁੰਦੇ ਹੈ। ਇਸ ਦੁਨੀਆ 'ਚ ਕੁਝ ਵਿਅਕਤੀ ਅਜਿਹੇ ਵੀ ਹੈ ਜਿਹੜੇ ਮਰਨ ਤੋਂ 2-4 ਪਲ ਪਹਿਲਾਂ ਹੀ ਸਹੀ ਤਰ੍ਹਾਂ ਜੀਵਨ ਜਿਉਂਦੇ ਹੈ। ਐਮਿਲ ਜ਼ੋਲਾ ਨੇ ਆਪਣੇ ਇੱਕ ਨਾਵਲ 'ਚ ਪੈਰਿਸ ਦੀ ਇੱਕ ਲਾਂਡਰੀ ਦੀ ਮਜ਼ਦੂਰ ਔਰਤਾਂ ਦੀ ਗੱਲ ਲਿਖੀ ਹੈ। ਉਹ ਆਖਦੀਆਂ ਹਨ ਕਿ ਜੇ ਉਹਨਾਂ 'ਚੋਂ ਹਰ ਇੱਕ ਨੂੰ 10-10 ਹਜ਼ਾਰ ਰੁਪਏ ਮਿਲ ਜਾਣ ਤਾਂ ਉਹਨਾਂ ਨੂੰ ਕੰਮ ਕਰਨ ਦੀ ਲੋੜ ਹੀ ਨਹੀਂ ਰਹਿ ਜਾਏਗੀ। ਮਿਹਨਤ ਦੇ ਮਹੱਤਵ ਤੇ ਉਹਦੀ ਪਵਿੱਤਰਤਾ ਦਾ ਜ਼ਿਕਰ ਕਰਦੇ ਹੋਏ ਕਾਰਲਾਈਲ ਨੇ ਕਿਹਾ ਹੈ, ਉਹ ਧਨ ਹੈ ਜਿਹਨੂੰ ਉਹਦੇ ਮਨਪਸੰਦ ਕੰਮ ਮਿਲ ਗਿਆ ਹੋਵੇ। ਉਹ ਤੋਂ ਬਾਅਦ ਉਹਨੂੰ ਕਿਸੇ ਵੈਭਵ ਜਾਂ ਸ਼ਾਨ ਦੀ ਲੋੜ ਹੀ ਨਹੀਂ, ਕਿਉਂਕਿ ਕੰਮ ਹੀ ਇਨਸਾਨੀ ਜੀਵਨ ਦੀ ਪੂਰਨਤਾ ਹੈ। ਇਹ ਅਜਿਹੀ ਨਦੀ ਦਾ ਕੰਢਾ ਜਿਹੜੀ ਦਲਦਲ ਨੂੰ ਕੱਟ ਕੇ ਬਣਾਇਆ ਗਿਆ ਹੈ। ਇਸ ਨਾਲ ਬਿਮਾਰੀ ਦੇ ਕੀਟਾਣੂਆਂ ਦਾ ਦਲਦਲ ਕੱਟਦਾ ਹੈ ਤੇ ਸੋਹਣਾ ਬਾਗ ਖਿੜਦਾ ਹੈ। ਮਿਹਨਤ ਦਾ ਦੂਜਾ ਨਾਮ ਹੀ ਜੀਵਨ ਹੈ। ਮਨੁੱਖ ਸਮਝਦਾ ਹੈ ਕਿ ਉਸ ਕੋਲ ਬੁੱਧੀ ਕੌਸ਼ਲ ਹੈ। ਨਹੀਂ, ਉਹ ਸਭ ਕੁਝ ਉਹਨੂੰ ਮਿਹਨਤ ਨਾਲ ਹੀ ਮਿਲਦਾ ਹੈ। ਮਿਹਨਤ ਦੇ ਅੱਗੇ ਸਭ ਗਿਆਨ ਧਿਆਨ ਬੇਕਾਰ ਹੈ। ਮਸ਼ਹੂਰ ਲੇਖਕ ਵਾਲਟਰ ਸਕਾਟ ਦਾ ਕਹਿਣਾ ਹੈ ਕਿ ਮੈਨੂੰ ਸਵੇਰੇ ਹੀ ਜਾਗਣ ਦੀ ਆਦਤ ਹੈ। ਮੈਂ ਇਸ ਆਦਤ ਦਾ, ਜਿਹੜੀ ਮੇਰਾ ਸੁਭਾਅ ਬਣ ਗਈ ਹੈ, ਬੜਾ ਧੰਨਵਾਦੀ ਹਾਂ, ਬੜਾ ਆਭਾਰੀ ਹਾਂ, ਕਿਉਂਕਿ ਜੇ ਇਹ ਆਦਤ ਨਾ ਹੁੰਦੀ ਤਾਂ ਮੈਂ ਕੁਝ ਵੀ ਨਾ ਕਰ ਸਕਦਾ। ਇਸੇ ਲਈ ਮੈਂ ਹਮੇਸ਼ਾ ਸੱਜਰਾ ਤੇ ਕਿਸੇ ਵੀ ਪ੍ਰੀਖਿਆ ਲਈ ਤਿਆਰ ਰਹਿੰਦਾ। ਜਿਹੜੇ ਲੋਕ ਵਾਲਟਰ ਸਕਾਟ ਨੂੰ ਮਿਲਣ ਜਾਂਦੇ ਸੀ
ਉਹ ਹੈਰਾਨ ਹੁੰਦੇ ਸੀ ਕਿ ਸਕਾਟ ਇੰਨਾ ਕੰਮ ਕਿਵੇਂ ਕਰ ਲੈਂਦੇ ਹੈ। ਵਾਲਟਰ ਮਹਿਮਾਨਾਂ ਦੇ ਸਵਾਗਤ 'ਚ ਲੀਨ ਰਹਿੰਦੇ। ਉਹਨਾਂ ਦੇ ਮਿੱਤਰਾਂ ਦਾ ਕਹਿਣਾ ਕਿ ਅਸਲ 'ਚ ਜਦ ਤੱਕ ਅਸੀਂ ਲੋਕ ਆਪਣੇ ਬਿਸਤਰ 'ਚ ਲੰਮੇ ਪਏ ਰਹਿੰਦੇ ਆ ਤਦ ਤੱਕ ਸਕਾਟ ਆਪਣੇ ਕਈ ਕੰਮ ਨਿਪਟਾ ਲੈਂਦੇ ਆ। ਕਰਮ ਜਾਂ ਮਿਹਨਤ ਦੀ ਮਹਾਨਤਾ ਅਪਾਰ ਹੈ। ਉਹਦੇ ਨਾਲ ਅੱਖਾਂ 'ਚ ਜੋਤ ਤੇ ਮੁਖ ਤੇ ਤੇਜ ਆਉਂਦਾ ਹੈ, ਨਾੜਾਂ 'ਚ ਸ਼ੁੱਧ ਲਹੂ ਵਿਚਰਦਾ ਹੈ, ਵਿਚਾਰ ਨਿਰਮਲ ਹੁੰਦੇ ਆ। ਨਾੜ ਬਿਮਾਰੀਆਂ ਨੂੰ ਭਜਾਉਣ ਵਾਸਤੇ ਮਿਹਨਤ ਰਾਮਬਨ ਦਵਾਈ ਹੈ। ਮਨੁੱਖ ਧਰਤ ਤੇ ਆਇਆ ਇਸੇ ਲਈ ਹੈ ਕਿ ਉਹ ਮਿਹਨਤ ਕਰੇ। ਕਿਸੇ ਵੀ ਕੰਮ ਨੂੰ ਜੇ ਪੂਰੀ ਮਿਹਨਤ ਦੇ ਮਨ ਨਾਲ ਕੀਤਾ ਜਾਏ ਕਈ ਰੋਗ ਆਪੇ ਹੀ ਦੂਰ ਹੋ ਜਾਂਦੇ ਆ। ਇਸ ਨਾਲ ਬੇਕਾਰ ਦੀਆਂ ਪਰੇਸ਼ਾਨੀਆਂ 'ਚ ਆਪ ਹੀ ਕਮੀ ਆ ਜਾਂਦੀ ਹੈ। ਅਸੀਂ ਮਿਹਨਤ ਨੂੰ ਚੰਗਾ ਕਹਿੰਦੇ ਹਾਂ ਕਿਉਂਕਿ ਇਸ ਨਾਲ ਅਨੁਪਮ ਸੁੱਖ ਮਿਲਦਾ ਹੈ। ਮਿਹਨਤ ਨਾਲ ਮਨੁੱਖ ਦੇ ਮੌਲਿਕ ਗੁਣਾਂ ਦਾ ਵਿਕਾਸ ਹੁੰਦਾ ਹੈ। ਅਸੀਂ ਜਿਹੜਾ ਕੰਮ ਕਰਨਾ ਹੁੰਦਾ ਉਸ 'ਚ ਮਿਹਨਤ ਨਾਲ ਹੀ ਸਫਲਤਾ ਮਿਲਦੀ ਹੈ। ਸਾਡੀ ਮਿਹਨਤ ਕਿਹੋ ਜਿਹੀ ਹੋਵੇ, ਇਸ ਨਾਲ ਵਿਅਕਤੀ ਨੂੰ ਕਰਮ ਕੁਸ਼ਲਤਾ ਮਿਲਦੀ ਹੈ। ਯੋਗ ਕਰਮਸ਼ੂ ਕੁਸ਼ਲਮ, ਮਿਹਨਤ ਧਨ ਹੈ ਜਿਹੜੀ ਹਰੇਕ ਸਫਲਤਾ, ਹਰੇਕ ਜੀਵਤ ਸਭਿਅਤਾ ਤੇ ਸੰਸਕ੍ਰਿਤੀ ਦਾ ਆਧਾਰ ਹੈ। ਉਹਦਾ ਇੱਕ ਮਾਤਰ ਤੱਥ ਹੈ। ਰਸਕਿਨ ਦਾ ਕਹਿਣਾ ਕਿ ਮੈਂ ਜਦ ਕਦੇ ਇਹ ਸੁਣਦਾ ਕਿ ਫਲਾਣਾ ਇਨਸਾਨ ਬੜਾ ਚਤੁਰ ਤੇ ਬੁੱਧੀਮਾਨ ਹੈ, ਉਹਦੇ ਸੰਬੰਧ ਵਿੱਚ ਸਭ ਤੋਂ ਪਹਿਲੇ ਇਹੀ ਸਵਾਲ ਕਰਦਾ ਕਿ ਉਹ ਕੁਝ ਕੰਮ ਵੀ ਕਰਦਾ ਹੈ ਕਿ ਨਹੀਂ। ਕਾਰਲਾਈਲ ਨੇ ਲਿਖਿਆ ਹੈ, ਕੁਝ ਕਰੋ, ਕੋਈ ਕੰਮ ਕਰੋ, ਕੁਝ ਕਰ ਵਿਖਾਓ, ਕੁਝ ਨਿਰਮਾਣ ਕਰ, ਕੁਝ ਕਰੋ, ਭਾਵੇਂ ਤੁਹਾਡੇ ਕੰਮ ਦਾ ਨਤੀਜਾ ਬੜਾ ਹੀ ਸਧਾਰਨ ਹੋਵੇ। ਇਹ ਨਾ ਸੋਚੋ ਕਿ ਇਹਦਾ ਨਤੀਜਾ ਥੋੜਾ ਹੈ। ਕੰਮ ਨੂੰ ਪੂਰਨਤਾ ਤੱਕ ਪਹੁੰਚਾਓ, ਰੱਬ ਭਰੋਸੇ ਉਹਨੂੰ ਪੂਰਾ ਕਰ ਦਿਓ। ਮਿਹਨਤ ਨੂੰ ਕਦੇ ਤੁੱਛ ਨਾ ਸਮਝੋ। ਇਹ ਤਾਂ ਕੰਮ ਦੀ ਚਰਮ ਸੀਮਾ ਹੈ। ਕੰਮ ਨੂੰ ਮੂਰਤੀਮਾਨ ਕਰੋ, ਉੱਠੋ, ਯਤਨ ਕਰੋ। ਜੋ ਵੀ ਕੰਮ ਤੁਹਾਨੂੰ ਕਰਨ ਨੂੰ ਮਿਲੇ ਉਹਨੂੰ ਪੂਰਾ ਕਰਨ ਵਿੱਚ ਸਵੈ ਸ਼ਕਤੀ ਲਾ ਦਿਓ। ਧੰਨਵਾਦ।